Guru Vai 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 Guru Guru Vai Guru गुरु जी की साजी नवाजी गुरु रूप गुरु प्यारी साध संगत जी। वाहिगुरु जी का खालसा वाहिगुरु जी की फतेह। गुरमुख प्यारिओ, जो गुरबाणी गुरु आपां नूं उपदेश बख्शिश कर रहे, सतगुरु समझाउंदे भी जदों साडा पिछला कोई पूर्वला चंगा कर्म प्रगट हुंदा, फिर सानू संग हुंदा संत जनां च, साधु जनां च। फिर सानू वो सोझी दिंदे, भेद दिंदे बई मन करके असीं सारे भाई भाई बई असीं इको माता पिता के बच्चे हैं सारे। महाराज फरमाउंदे ने, हम संतन स्यों बनाई पूरब लिखिया पाई, इहो मन तेरा भाई। साडी संतां दे नाल उदों बन आउंदी है जदों साडा पूरबला कोई चंगा कर्म हुंदा, संतां दे नाल साडा संग हो जांदा, साडा उन्हां दे नाल प्यार पै जांदा। फिर वो सानू दसदे भी मन करके असी भाइयां ते वो फिर अपने भाइयां दे उत्ते दया करते, वो अपने भाइयां दा इलाज करते। जिमें आपां संसारी तौर पर देखते हैं भी डॉक्टर ने वो इस शरीर का वो तन का इलाज करते, तुहानूं कोई रोग लग जाता ये तो दवाई देंदे।
ਹੁਣ ਜਿਹੜੇ ਸੰਤ ਉਹ ਸਾਡੇ ਮਨ ਦੇ ਡਾਕਟਰ, ਉਹਨਾਂ ਨੇ ਸਾਡੇ ਮਨ ਦੀ ਹਾਲਤ ਦੇਖਣੀ ਹੁੰਦੀ। ਸਾਡੇ ਮਨਾਂ ਦੀ ਹਾਲਤ ਕੀ ਹੋ ਜਾਂਦੀ ਸੰਸਾਰ ਦੇ ਵਿੱਚ, ਦੁਰਮਤ ਦੀ ਅਗਨ ਦੇ ਵਿੱਚ ਅਸੀਂ ਜਲੇ ਹੋਏ ਭੁੱਜੇ ਹੋਏ। ਜਦੋਂ ਸਾਡੀ ਇਹ ਹਾਲਤ ਦੇਖਦੇ ਸੜੇ ਹੋਇਆਂ ਦੀ, ਜਲੇ ਹੋਇਆਂ ਦੀ, ਬਈ ਜਿਵੇਂ ਆਪਾਂ ਸੰਸਾਰ 'ਚ ਦੇਖਦੇ ਕਿਸੇ ਜੀਵ ਨੂੰ ਅੱਗ ਲੱਗ ਜੇ, ਉਹਦਾ ਸਰੀਰ ਸੜ ਜਾਂਦਾ, ਕਿਵੇਂ ਉਹਦੇ 'ਤੇ ਜ਼ਖਮ ਹੋ ਜਾਂਦੇ, ਕਿਵੇਂ ਛਾਲੇ ਪੈ ਜਾਂਦੇ, ਫਿਰ ਕਿਵੇਂ ਉਹਦੇ ਵਿੱਚ ਉਹ ਜਿਹੜਾ ਪਾਣੀ ਭਰ ਜਾਂਦਾ ਅਤੇ ਕਿੰਨੀ ਉਹਨੂੰ ਤਕਲੀਫ ਹੁੰਦੀ। ਹੁਣ ਸੰਤ ਜਨ ਉਹੀਓ ਹਾਲਤ ਸਾਡੇ ਮਨ ਦੀ ਦੇਖਦੇ ਵੀ ਬੇਸ਼ੱਕ ਤਨ ਕਰਕੇ ਅਸੀਂ ਸਾਰੇ ਜਲੇ ਨਹੀਂ ਹੋਏ, ਪਰ ਜਿਹੜੇ ਮਨ ਨੇ ਉਹ ਸਾਰਿਆਂ ਦੇ ਜਲ ਰਹੇ ਦੁਰਮਤ ਦੀ ਅਗਨ ਦੇ ਵਿੱਚ। ਮਾਰੇ ਫਰਮਾਉਂਦੇ ਦੁਰਮਤ ਅਗਨ ਜਗਤ ਪਰ ਜਾ ਰਹੀ, ਵੀ ਇਹ ਦੁਰਮਤ ਦੀ ਅਗਨ 'ਚ ਜਦੋਂ ਅਸੀਂ ਜਲਦੇ ਹਾਂ, ਸੜਦੇ ਹਾਂ, ਅਸੀਂ ਮੱਚਦੇ ਹਾਂ, ਫਿਰ ਉਹ ਦੇਖਦੇ ਸਾਡੇ ਮਨਾਂ ਦੀ ਇਹ ਹਾਲਤ, ਅਤੇ ਫਿਰ ਉਹ ਸਾਡੇ ਜਲਿਆਂ ਹੋਇਆਂ ਦੇ ਉੱਤੇ ਮੱਲਮ ਲਾਉਂਦੇ, ਸਾਨੂੰ ਦਾਰੂ ਦਿੰਦੇ। ਹੁਣ ਉਹ ਮੱਲਮ ਹੈ ਗਿਆਨ ਦਾ, ਉਹ ਮੱਲਮ ਹੈ ਜੋ ਸਾਨੂੰ ਸਤਿਗੁਰੂ ਉਪਦੇਸ਼ ਬਖਸ਼ਿਸ਼ ਕਰ ਰਹੇ, ਪਰਮਾਤਮਾ ਬ੍ਰਹਮ ਦਾ ਗਿਆਨ ਦੇ ਰਹੇ। ਉਹ ਫਿਰ ਸਾਡੇ ਮਨਾਂ ਦੇ ਉੱਤੇ ਗਿਆਨ ਦਾ ਮੱਲਮ ਲਾਉਂਦੇ, ਜਿਹਦੇ ਨਾਲ ਸਾਡਾ ਮਨ ਜਲਿਆ ਹੋਇਆ, ਸੜਿਆ ਹੋਇਆ। ਫਿਰ ਜਦੋਂ ਇਹਦੇ 'ਤੇ ਮੱਲਮ ਲੱਗਦਾ ਅਤੇ ਫਿਰ ਇਹਨੂੰ ਥੋੜ੍ਹੀ ਸ਼ਾਂਤੀ ਆਉਣੀ ਸ਼ੁਰੂ ਹੁੰਦੀ, ਫਿਰ ਇਹਦਾ ਇਲਾਜ ਹੋਣਾ ਸ਼ੁਰੂ ਹੁੰਦਾ। ਫਿਰ ਉਹ ਸਾਨੂੰ ਨਾਲ ਨਾਲ ਸਿਮਰਨ ਕਰਾਉਂਦੇ ਅਤੇ ਨਾਲ ਨਾਲ ਗਿਆਨ ਦਾ ਮੱਲਮ ਲਾਈ ਜਾਂਦੇ, ਕਿਉਂਕਿ ਉਹ ਸਾਡੇ 'ਤੇ ਉੱਤੇ ਦਇਆ ਕਰਦੇ। ਹੁਣ ਦਇਆ ਕਿਹਦੇ 'ਤੇ ਕਰਨੀ? ਮਨ ਦੇ ਉੱਤੇ, ਕਿਉਂਕਿ ਮਨ ਕਰਕੇ ਅਸੀਂ ਭਾਈ ਹਾਂ। ਜਿਵੇਂ ਹੁਣ ਆਪਣਾ ਸੰਸਾਰੀ ਤੌਰ 'ਤੇ ਵੀ ਕੋਈ ਆਪਣਾ ਭਾਈ ਹੋਵੇ ਜਾਂ ਕੋਈ ਵੀ ਹੋਵੇ ਜੀਵ, ਹੁਣ ਬਹੁਤ ਗੁਰਮੁਖ ਨੇ ਜਿਹੜੇ ਜਦੋਂ ਫਿਰ ਜੀਵਾਂ ਨੂੰ ਦੇਖਦੇ ਦੁਖੀ, ਸਰੀਰਾਂ ਨੂੰ ਰੋਗ ਲੱਗ ਜਾਂਦੇ ਕਈਆਂ ਨੂੰ, ਫਿਰ ਉਹ ਗੁਰਮੁਖ ਉਹਨਾਂ 'ਤੇ ਦਇਆ ਕਰਕੇ ਉਹਨਾਂ ਦਾ ਇਲਾਜ ਕਰਾਉਂਦੇ, ਉਹਨਾਂ ਨੂੰ ਆਪਦੇ ਕੋਲ ਰੱਖਦੇ, ਉਹਨਾਂ ਨੂੰ ਦਾਰੂ ਬੂਟੀ ਦਵਾਉਂਦੇ ਵੀ ਤਾਂ ਕਿ ਇਹਨਾਂ ਦਾ ਇਲਾਜ ਹੋ ਜੇ। ਹੁਣ ਇਸੇ ਤਰ੍ਹਾਂ ਹੀ ਸੰਤ ਜਨ ਸਾਡੇ ਮਨਾਂ ਦਾ ਇਲਾਜ ਕਰਦੇ, ਉਹ ਫਿਰ ਸਾਨੂੰ ਆਪਣੇ ਕੋਲ ਰੱਖਦੇ ਬਈ ਤਾਂ ਕਿ ਇਹਨਾਂ ਦੇ ਮਨ ਦਾ ਪ੍ਰੋਪਰ ਇਲਾਜ ਹੋ ਜੇ, ਕਿਉਂਕਿ ਰੋਗ ਬਾਹਲਾ ਵੱਧ ਚੁੱਕਿਆ ਹੁੰਦਾ, ਅਸੀਂ ਬਾਹਲੇ ਸੜ ਚੁੱਕੇ ਹਾਂ, ਬਾਹਲੇ ਮੱਚ ਚੁੱਕੇ ਹਾਂ। ਹੁਣ ਉਹ ਫਿਰ ਆਪਦੇ ਕੋਲ ਰੱਖ ਕੇ ਸਾਨੂੰ ਉਹ ਗਿਆਨ ਦਾ ਮੱਲਮ ਲਾ ਲਾ ਕੇ ਸਾਡੇ ਉਹਨਾਂ ਨੂੰ ਜ਼ਖਮ ਨਜ਼ਰ ਆਉਂਦੇ। ਆਪਾਂ ਨੂੰ ਤਾਂ ਦਿਸਦੇ ਨਹੀਂ ਨਾ, ਕਿਉਂਕਿ ਅਸੀਂ ਸੁੱਤੇ ਹੋਏ ਹਾਂ, ਸਾਨੂੰ ਭੇਤ ਨਹੀਂ। ਸਰੀਰ ਮੱਚਿਆ ਹੋਇਆ, ਸਰੀਰ ਦੇ ਉੱਤੇ ਕੋਈ ਰੋਗ ਲੱਗਿਆ ਹੋਇਆ, ਉਹ ਤਾਂ ਆਪਾਂ ਨੂੰ ਦੀਂਦਾ। ਹੁਣ ਜਿਹੜੇ ਸਾਡੇ ਮਨ ਨੇ, ਉਹ ਮਨ ਸੂਖਮ ਹੈ, ਮਨ ਦਾ ਜਿਹੜਾ ਤਨ ਹੈ ਉਹ ਵੀ ਸੂਖਮ ਹੈ। ਹੁਣ ਜਿਹੜੇ ਸੰਤ ਉਹ ਫਿਰ ਉਹ ਸੂਖਮ ਨੂੰ ਦੇਖਦੇ ਅਤੇ ਸੂਖਮ ਦੇ ਰੋਗ ਵੀ ਦੇਖਦੇ ਵੀ ਕਿਵੇਂ ਰੋਗੀ ਹੋਇਆ ਫਿਰਦਾ। ਤਾਈਓ ਜਿਹੜੇ ਗੁਰਮੁਖ ਫਿਰ ਜਾਗੇ, ਜਾ ਕੇ ਉਹਨਾਂ ਨੇ ਦਿਵ ਦ੍ਰਿਸ਼ਟੀ ਦੁਆਰਾ ਜਦੋਂ ਦੇਖਿਆ ਅਤੇ ਫਿਰ ਉਹਨਾਂ ਨੇ ਦੇਖ ਕੇ ਆਪਾਂ ਨੂੰ ਦੱਸਿਆ। ਉਹ ਕਹਿੰਦੇ ਵੀ ਜਿਹੜੇ ਵੀ ਮਨ ਨੂੰ ਦੇਖਦੇ ਆ ਵੀ ਉਹੀਓ ਰੋਗੀ ਹੋਇਆ ਫਿਰਦਾ। ਮਹਾਰਾਜ ਫਰਮਾਉਂਦੇ ਜੋ ਜੋ ਦੀਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਵੀ ਜਿਹਨੂੰ ਵੀ ਦੇਖਦੇ ਉਹੀਓ ਰੋਗੀ। ਇੱਕ ਸਤਿਗੁਰੂ ਰੋਗ ਤੋਂ ਰਹਿਤ, ਬਾਕੀ ਸਾਰੀ ਮਨ ਸੀ ਜਿਹੜੀ ਉਹ ਰੋਗੀ ਹੋ ਗਈ।
ਹੁਣ ਰੋਗੀ ਮਨ ਹੋਏ ਹੋਏ ਨਾਮ ਤੋਂ, ਟੁੱਟੇ ਹੋਏ ਨਾਮ ਤੋਂ ਹੀਨੇ ਹੋਏ ਹੋਏ, ਫਿਰ ਅਗਨ ਦੇ ਵਿੱਚ ਸੜੇ ਹੋਏ ਜਲੇ ਹੋਏ, ਤੇ ਇਹਨਾਂ ਮਨਾਂ ਨੂੰ ਫਿਰ ਕੁਸ਼ਟ ਰੋਗ ਚੱਲ ਜਾਂਦਾ, ਕੋੜੀ ਹੋ ਜਾਂਦੀ। ਇਹ ਮਨਾਂ ਨੂੰ ਕੋੜ ਚੱਲ ਗਿਆ। ਮਾਰੇ ਕਹਿੰਦੇ ਬਿਨ ਨਾਮੇ ਮਨ ਤਨ ਹੈ ਕੋਸ਼ਟੀ, ਵਿੱਚ ਨਰਕੇ ਵਾਸਾ ਪਾਇੰਦਾ। ਨਾਮ ਤੋਂ ਬਿਨਾਂ ਸਾਡਾ ਮਨ ਅਤੇ ਮਨ ਦਾ ਜਿਹੜਾ ਤਨ ਸੀ ਸੂਖਮ, ਉਹਨੂੰ ਕੁਸ਼ਟ ਰੋਗ ਲੱਗ ਗਿਆ। ਕੁਸ਼ਟ ਹੁੰਦਾ ਵੀ ਕੋੜ ਹੋ ਗਿਆ, ਉਹਨੂੰ ਕੋੜੀ ਹੋ ਗਈ। ਹੁਣ ਕੋੜੀ ਕਾਹਤੋਂ ਹੋ ਗਈ ਹੈ? ਕਿਉਂਕਿ ਉਹਨੂੰ ਨਾਮ ਵਿਸਰ ਗਿਆ, ਨਾਮ ਨੂੰ ਭੁੱਲ ਗਈ। ਜਿਹੜੀ ਬਾਣੀ ਅਕਾਲ ਪੁਰਖ ਦੇ ਮੁਖ ਦੇ ਵਿੱਚੋਂ ਪ੍ਰਗਟ ਹੋ ਰਹੀ, ਜਿਨ੍ਹਾਂ ਨੂੰ ਵੀ ਉਹ ਬਾਣੀ ਵਿਸਰ ਗਈ, ਨਾਮ ਜਿਨ੍ਹਾਂ ਨੂੰ ਵਿਸਰ ਗਿਆ, ਨਾਮ ਤੋਂ ਟੁੱਟ ਗਈ, ਉਹ ਫਿਰ ਜਿਹੜੇ ਮਨ ਉਹ ਪੱਕੇ ਰੋਗੀ ਹੋ ਗਏ, ਤੇ ਉਹ ਫਿਰ ਦਿਨ ਰਾਤ ਬਿਲਕਦੇ, ਦਿਨ ਰਾਤ ਦੁਖੀ ਹੁੰਦੇ, ਦਿਨ ਰਾਤ ਅਗਨ ਦੇ ਵਿੱਚ ਸੜਦੇ, ਕੋੜੀ ਹੋਏ ਹੋਏ। ਮਹਾਰਾਜ ਇਸੇ ਅਵਸਥਾ 'ਚ ਫਰਮਾਉਂਦੇ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵੱਲ ਆਏ। ਵੀ ਜਿਨ੍ਹਾਂ ਨੂੰ ਉਹ ਬਾਣੀ ਵਿਸਰ ਗਈ, ਉਹ ਪੱਕੇ ਰੋਗੀ ਹੋ ਗਏ, ਪੱਕੇ ਕੋੜੀ ਹੋ ਗਏ, ਤੇ ਬਿਲਕਦੇ, ਦੁਖੀ ਹੁੰਦੇ ਆ, ਸ਼ਾਂਤ ਹੁੰਦੇ। ਹੁਣ ਸੰਤ ਜਨ ਦੇਖਦੇ ਸਾਡੇ ਮਨਾਂ ਦੀ ਇਹਦੀ ਹਾਲਤ, ਵੀ ਅਸੀਂ ਦੁਖੀ ਹੋਏ ਹੋਏ, ਕੋੜੀ ਹੋਏ ਹੋਏ, ਫਿਰ ਉਹ ਸਾਡਾ ਇਲਾਜ ਕਰਦੇ, ਫਿਰ ਉਹ ਸਾਡੇ ਉੱਤੇ ਗਿਆਨ ਦਾ ਮੱਲਮ ਲਾਉਂਦੇ। ਔਰ ਉਹੀਓ ਸਾਡੇ ਫਿਰ ਅਸਲ ਮਿੱਤਰ ਨੇ, ਜਿਹੜੇ ਸਾਡੇ ਜ਼ਖਮਾਂ ਦੇ ਉੱਤੇ ਮੱਲਮ ਲਾਉਣ। ਜੇ ਆਪਣੇ ਜ਼ਖਮ ਹੋਏ ਹੋਣ, ਜਿਹੜਾ ਕੋਈ ਮੱਲਮ ਲਾਵੇ, ਆਪਾਂ ਉਹਦਾ ਧੰਨਵਾਦ ਕਰਦੇ, ਉਹਦੇ ਆਪਾਂ ਸ਼ੁਕਰਗੁਜ਼ਾਰ ਹੁੰਦੇ ਹਾਂ ਵੀ ਜੇ ਤੂੰ ਮੱਲਮ ਨਾ ਲਾਉਂਦਾ ਤਾਂ ਰੋਗ ਠੀਕ ਨਹੀਂ ਸੀ ਹੋਣ। ਹੁਣ ਕਈ ਐਸੇ ਵੀ ਜੀਵ ਨੇ ਜਿਹੜੇ ਮੱਲਮ ਲਾਉਣ ਦੀ ਬਜਾਏ ਉੱਤੇ ਜ਼ਖਮਾਂ ਦੇ ਨੂਣ ਪਾ ਦਿੰਦੇ, ਉਹ ਹੋਰ ਜ਼ਿਆਦਾ, ਅਸੀਂ ਜ਼ਖਮ ਤਾਂ ਪਹਿਲਾਂ ਹੀ ਹੋਏ ਹੁੰਦੇ, ਕੋੜ ਤਾਂ ਪਹਿਲਾਂ ਹੀ ਚੱਲੇ, ਉੱਤੇ ਹੋਰ ਲੂਣ ਭੁਗਤ, ਉਹ ਜੀਵ ਹੋਰ ਤੜਫਦਾ ਤੇ ਹੋਰ ਦੁਖੀ ਹੁੰਦਾ। ਹੁਣ ਆਪਾਂ ਇਹ ਸੋਚਣਾ ਵੀ ਆਪਣੇ ਫਿਰ ਅਸਲ ਸੰਗੀ ਕੌਣ ਨੇ, ਆਪਣੇ ਸੱਜਣ, ਆਪਣੇ ਮਿੱਤਰ ਕੌਣ ਨੇ, ਆਪਣੇ ਭਾਈ ਕੌਣ ਨੇ? ਉਹ ਜਿਹੜੇ ਆਪਣੇ ਉੱਤੇ ਜ਼ਖਮਾਂ ਦੇ ਮੱਲਮ ਲਾਉਂਦੇ, ਕਿ ਜਾਂ ਉਹ ਜਿਹੜੇ ਸਾਡੇ ਉੱਤੇ ਨੂਣ ਭੁੱਕਦੇ ਜ਼ਖਮਾਂ 'ਤੇ? ਹੁਣ ਜ਼ਖਮਾਂ ਦੇ ਉੱਤੇ ਲੂਣ ਕਿਵੇਂ ਭੁੱਕਿਆ ਜਾਂਦਾ? ਉਹ ਫਿਰ ਜਦੋਂ ਸਾਨੂੰ ਕੋਈ ਦੁਵਿਧਾ ਦੀ ਗੱਲ ਸੁਣਾਉਂਦਾ, ਜਦੋਂ ਸਾਨੂੰ ਕੋਈ ਨਿੰਦਿਆ ਸੁਣਾਉਂਦਾ ਕਿਸੇ ਦੀ, ਜਦੋਂ ਕੋਈ ਸਾਨੂੰ ਦੁਵਿਧਾ ਦੇ ਵਿੱਚ ਪਾਉਂਦਾ, ਸਾਨੂੰ ਈਰਖਾ ਨਫ਼ਰਤ ਦੀ ਗੱਲ ਸੁਣਾਉਂਦਾ, ਉਹ ਸਾਡੇ ਉਹ ਮਨ ਦੇ ਜ਼ਖਮਾਂ ਦੇ ਉੱਤੇ ਹੋਰ ਨੂਣ ਪਾਉਂਦਾ, ਤੇ ਉਹ ਹੋਰ ਸਾਨੂੰ ਦੁਖੀ ਕਰਦਾ, ਹੋਰ ਸ਼ਾਂਤ ਕਰਦਾ। ਔਰ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਸਾਡੇ ਅਸਲ ਮਿੱਤਰ, ਅਸਲ ਸਾਡੇ ਸੱਜਣ ਉਹ ਨੇ ਗੁਰਮੁਖ, ਜਿਹੜੇ ਸਾਡੇ ਮਨ ਦੇ ਜ਼ਖਮਾਂ ਦੇ ਉੱਤੇ ਮੱਲਮ ਲਾਉਂਦੇ ਤੇ ਸਾਨੂੰ ਦਾਰੂ ਦਿੰਦੇ। ਤਾਂਹੀਓ ਫਿਰ ਆਪਾਂ ਨੂੰ ਸਮਝਾਉਂਦੇ ਬਈ ਜਦੋਂ ਸਾਡਾ ਪਿਛਲਾ ਪੂਰਬਲਾ ਕੋਈ ਚੰਗਾ ਕਰਮ ਪ੍ਰਗਟ ਹੁੰਦਾ, ਫਿਰ ਸਾਨੂੰ ਐਸੇ ਗੁਰਮੁਖਾਂ ਦਾ, ਸੰਤਾਂ ਦਾ ਸੰਗ ਹੁੰਦਾ, ਫਿਰ ਉਹਨਾਂ ਦੇ ਨਾਲ ਸਾਡੀ ਪ੍ਰੀਤ ਬਣਦੀ, ਪਿਆਰ ਪੈ ਜਾਂਦਾ ਸਾਡਾ, ਫਿਰ ਉਹ ਸਾਡੇ ਮਨ ਦਾ ਇਲਾਜ ਕਰਦੇ। ਤੇ ਤਾਂ ਮਹਾਰਾਜ ਕਹਿੰਦੇ, ਹਮ ਸੰਤਨ ਸਿਉਂ ਬਣਾਈ, ਪੂਰਬ ਲਿਖਿਆ ਪਾਈ, ਇਹੋ ਮਨ ਤੇਰਾ ਭਾਈ। ਬਈ ਪੂਰਬਲਾ ਸਾਡਾ ਕੋਈ ਚੰਗਾ ਕਰਮ ਪ੍ਰਗਟ ਹੋਇਆ, ਮਾਲਕ ਨੇ ਕਿਰਪਾ ਕੀਤੀ ਤੇ ਸਾਨੂੰ ਸੰਤਾਂ ਦਾ ਸੰਗ ਹੋਏ,
ਫਿਰ ਉਹ ਸੰਤ ਜਨ ਸਾਡਾ ਇਲਾਜ ਕਰਦੇ, ਫਿਰ ਉਹ ਸਾਡੇ ਮਨ ਦੇ ਜ਼ਖਮਾਂ ਦੇ ਉੱਤੇ ਗਿਆਨ ਦਾ ਮੱਲਮ ਲਾਉਂਦੇ, ਜਿਹਦੇ ਨਾਲ ਸਾਨੂੰ ਸ਼ਾਂਤੀ ਆਉਂਦੀ, ਜਿਹਦੇ ਨਾਲ ਸਾਡੇ ਰੋਗ ਠੀਕ ਹੁੰਦੇ। ਤੇ ਉਹਨਾਂ ਦਾ ਸੁਭਾਅ ਹੁੰਦਾ ਪਰਉਪਕਾਰ ਵਾਲਾ, ਉਹਨਾਂ ਨੇ ਪਰਉਪਕਾਰ ਕਰੀ ਜਾਣ। ਹੁਣ ਕਈ ਜੀਵ ਫਿਰ ਐਸੇ ਵੀ ਨੇ ਵੀ ਜਿਹੜੇ ਇੰਨੇ ਜ਼ਿਆਦਾ ਕੋੜੀ ਹੋਏ ਮਨ ਜਲੇ ਹੋਏ ਦੁਰਮਤ ਦੀ ਅਗਨ ਦੇ ਵਿੱਚ ਸੜੇ ਹੋਏ, ਉਹ ਨਸ਼ੇ ਦੇ ਆਦੀ ਹੋ ਜਾਂਦੇ। ਇਹ ਵੀ ਇੱਕ ਨਸ਼ਾ ਹੈ। ਇੱਕ ਤਾਂ ਆਪਾਂ ਦੇਖਦੇ ਨਾ ਸੰਸਾਰ 'ਚ, ਜਿਵੇਂ ਆਪਾਂ ਕਹਿੰਦੇ ਕਿਸੇ ਨੂੰ ਵੀ ਆਹ ਬੰਦਾ ਨਸ਼ਾ ਕਰਦਾ ਜੀ, ਹੁਣ ਇੱਕ ਆ ਵੀ ਨਸ਼ਾ ਹੈ ਜਿਹੜਾ ਕਿਸੇ ਦੀ ਨਿੰਦਿਆ ਕਰਨੀ, ਕਿਸੇ ਨਾਲ ਵੈਰ ਵਿਰੋਧ ਕਰਨਾ, ਈਰਖਾ ਕਰਨੀ, ਨਫ਼ਰਤ ਕਰਨੀ, ਫਿੱਕੇ ਬੋਲ ਬੋਲਣੇ, ਕਿਸੇ ਦੀਆਂ ਚੁਗਲੀਆਂ ਦਾ ਰਸ ਲੈਣਾ। ਇਹ ਵੀ ਇੱਕ ਨਸ਼ਾ ਹੈ। ਜਿਹੜਾ ਇਹ ਨਸ਼ੇ ਦਾ ਆਦੀ ਹੋ ਜਾਂਦਾ ਨਾ, ਉਹਨੂੰ ਫਿਰ ਇਹ ਜਿਹੜਾ ਗਿਆਨ ਦਾ ਮੱਲਮ ਇਹ ਚੰਗਾ ਨਹੀਂ ਲੱਗਦਾ। ਉਹਨੂੰ ਫਿਰ ਉਹ ਨਸ਼ਾ ਚੰਗਾ ਲੱਗਦਾ। ਜਿਵੇਂ ਕੋਈ ਨਸ਼ੇੜੀ ਜੀ, ਉਹ ਨਸ਼ੇ ਦਾ ਆਦੀ ਹੋ ਜਾਂਦਾ। ਪਰਿਵਾਰ ਦੇ ਮੈਂਬਰ ਦੁਖੀ ਹੁੰਦੇ ਤੇ ਉਹ ਚਾਹੁੰਦੇ ਵੀ ਨਸ਼ਾ ਛੱਡ ਦੇ, ਪਰ ਉਹ ਛੱਡਣਾ ਨਹੀਂ ਚਾਹੁੰਦਾ। ਉਹਦੇ 'ਤੇ ਪਾਬੰਦੀ ਵੀ ਲਾਉਂਦੇ, ਪਰ ਉਹ ਫਿਰ ਵੀ ਨਹੀਂ ਛੱਡਦਾ, ਕਿਉਂਕਿ ਉਹ ਆਦੀ ਹੋ ਗਈ। ਔਰ ਇਸੇ ਤਰ੍ਹਾਂ ਹੀ ਸਾਡਾ ਮਨ ਇਹ ਆਦੀ ਹੋ ਜਾਂਦਾ ਫਿਰ ਜਦੋਂ ਨਿੰਦਿਆ ਸੁਣਨ ਦਾ, ਚੁਗਲੀਆਂ ਸੁਣਨ ਦਾ, ਕਿਸੇ ਦੇ ਔਗਣ ਫਰੋਲਣ ਦਾ, ਫਿਰ ਇਹ ਰਹਿ ਨਹੀਂ ਸਕਦਾ। ਇਹ ਨਸ਼ੇ ਤੋਂ ਬਿਨਾਂ ਫਿਰ ਇਹਨੂੰ ਉਦਾਸੀ ਹੁੰਦੀ। ਜਿਵੇਂ ਜਿਹੜੇ ਜੀਵ ਨੂੰ ਨਸ਼ਾ ਨਾ ਮਿਲੇ ਨਾ, ਉਹਨੂੰ ਫਿਰ ਉਹਦਾ ਸਰੀਰ ਟੁੱਟਦਾ, ਫਿਰ ਉਹ ਭੱਜਦਾ ਵੀ ਕਿਤੋਂ ਨਾ ਕਿਤੇ ਮੈਨੂੰ ਨਸ਼ੇ ਦੀ ਪੂਰਤੀ ਹੋਵੇ। ਫਿਰ ਇਸੇ ਤਰ੍ਹਾਂ ਹੀ ਇਹ ਮਨ ਦੀ ਹਾਲਤ, ਜਿਹੜਾ ਜੀਵ ਆਦੀ ਹੋ ਗਿਆ ਨਿੰਦਿਆ ਕਰਨ ਦਾ, ਉਹ ਫਿਰ ਕਿਸੇ ਨਾ ਕਿਸੇ ਨੂੰ ਲੱਭਦਾ ਵੀ ਮੈਨੂੰ ਕੋਈ ਲੱਭੇ ਜਿਹਦੇ ਨਾਲ ਮੈਂ ਬੈਠ ਕੇ ਨਿੰਦਿਆ ਕਰਾਂ, ਕਿਸੇ ਦੀਆਂ ਚੁਗਲੀਆਂ ਕਰਾਂ। ਜੇ ਉਹਨੂੰ ਨਹੀਂ ਮਿਲਦਾ ਤਾਂ ਉਹਦਾ ਜੀਅ ਨਹੀਂ ਲੱਗਦਾ ਵੀ ਕਿਸੇ ਨਾ ਕਿਸੇ ਨੂੰ ਤਾਂ ਫੜਾਂ ਨਾ, ਕਿਸੇ ਨੂੰ ਤਾਂ ਦੱਸਾਂ ਕਰਾਂ ਕਿਸੇ ਕੋਲ, ਕਿਉਂਕਿ ਉਹ ਨਸ਼ਾ, ਉਹਦਾ ਸਰੀਰ ਟੁੱਟਦਾ, ਉਹਦੇ ਬਿਨਾਂ ਰਹਿ ਨਹੀਂ ਸਕਦਾ। ਔਰ ਇਸ ਤਰ੍ਹਾਂ ਫਿਰ ਜਿਹੜੇ ਜੀਵੇ ਆਦੀ ਹੋ ਗਏ, ਉਹ ਦਾਰੂ ਵੀ ਨਹੀਂ ਲੈਣਾ ਚਾਹੁੰਦੇ। ਗੁਰਮੁਖ ਦਇਆ ਕਰਦੇ ਵੀ ਸਿਮਰਨ ਕਰਕੇ ਜਾਂ ਗਿਆਨ ਦਾ ਮੱਲਮ ਲਾ ਕੇ ਵੀ ਉਹਨਾਂ ਮਨਾਂ ਦਾ ਇਲਾਜ ਹੋ ਜੇ, ਪਰ ਉਹ ਚਾਹੁੰਦੇ ਨਹੀਂ ਇਲਾਜ ਕਰਾਉਣ। ਉਹ ਚਾਹੁੰਦੇ ਨਹੀਂ ਨਸ਼ਾ ਛੱਡਣਾ, ਕਿਉਂਕਿ ਉਹ ਆਦੀ ਹੋ ਗਈ। ਪਰ ਫਿਰ ਵੀ ਗੁਰਮੁਖ ਆਪਣਾ ਜਿਹੜਾ ਸੁਭਾਅ ਪਰਉਪਕਾਰ ਵਾਲਾ, ਉਹ ਨਹੀਂ ਛੱਡਦੇ। ਵੀ ਜੀਵ ਉਹਨਾਂ ਨੂੰ ਮੰਦੇ ਬੋਲ ਵੀ ਬੋਲਦੇ, ਮਾੜੇ ਬੋਲ ਵੀ ਬੋਲਦੇ, ਫਿੱਕਾ ਵੀ ਬੋਲਦੇ, ਪਰ ਉਹ ਫਿਰ ਵੀ ਆਪਦਾ ਪਰਉਪਕਾਰ ਜਿਹੜਾ ਕਰਨਾ, ਉਹ ਨਹੀਂ ਛੱਡਦੇ। ਚਾਹੇ ਜੀਵ ਉਹਨਾਂ ਨੂੰ ਚੰਗਾ ਕਹਿਣ, ਚਾਹੇ ਮੰਦਾ ਕਹਿਣ, ਉਹ ਆਪਦਾ ਜਿਹੜਾ ਸੁਭਾਅ, ਉਹ ਸੁਭਾਅ ਨਹੀਂ ਬਦਲਦੇ। ਉਹਨਾਂ ਨੇ ਪਰਉਪਕਾਰ ਕੀਤੀ ਜਾਣਾ, ਉਹਨਾਂ ਨੇ ਗਿਆਨ ਦਾ ਮੱਲਮ ਲਾਈ ਜਾਣਾ ਵੀ ਕਿਸੇ ਨਾ ਕਿਸੇ ਜੀਵ ਨੂੰ ਤਾਂ ਸਮਝ ਲੱਗੇਗੀ ਨਾ ਕੋਈ ਜੀਵ ਤਾਂ ਠੀਕ ਹੋਏਗਾ ਹੀ। ਵੀ ਜਦੋਂ ਠੀਕ ਹੋ ਗਿਆ ਤੇ ਆਪੇ ਇਹਨਾਂ ਨੂੰ ਸਮਝ ਲੱਗ ਜਾਣੀ, ਤੇ ਫਿਰ ਆਪੇ ਧੰਨਵਾਦ ਕਰਨਗੇ। ਜਿਵੇਂ ਜੀਵ ਜਿਹੜਾ ਨਸ਼ੇ ਦਾ ਆਦੀ, ਪਹਿਲਾਂ ਤਾਂ ਉਹ ਗਾਲਾਂ ਕੱਢਦਾ, ਜੇ ਕੋਈ ਉਹਦਾ ਇਲਾਜ ਵੀ ਕਰਦਾ ਡਾਕਟਰ, ਉਹਨੂੰ ਵੀ ਫਿੱਕੇ ਬੋਲ ਬੋਲਦਾ, ਉਹਨੂੰ ਵੀ ਮਾੜਾ ਬੋਲਦਾ, ਪਰ ਉਹ ਫਿਰ ਵੀ ਜਦੋਂ ਉਹਦਾ ਇਲਾਜ ਕਰੀ ਜਾਂਦੇ, ਦਵਾਈ ਦਿੱਤੀ ਜਾਂਦੇ, ਤੇ ਇੱਕ ਸਮਾਂ ਆਉਂਦਾ ਵੀ ਜਦੋਂ ਉਹਦਾ ਛੁਟਕਾਰਾ ਹੋ ਜਾਂਦਾ ਨਸ਼ੇ ਤੋਂ, ਫਿਰ ਉਹ ਧੰਨਵਾਦ ਕਰਦਾ। ਫਿਰ ਉਹ ਮੰਨਦਾ ਵੀ ਪਹਿਲਾਂ ਮੇਰੀ ਜਿਹੜੀ ਜ਼ਿੰਦਗੀ ਸੀ ਉਹ ਨਰਕ ਵਾਲੀ ਸੀ। ਜਿਵੇਂ ਆਪਾਂ ਸੰਸਾਰ 'ਚ ਦੇਖਦੇ ਹਾਂ, ਬਹੁਤ ਜੀਵ ਐਸੇ ਉਹਨਾਂ ਨੇ ਵੀਡੀਓ ਪਾਈਆਂ ਹੁੰਦੀਆਂ ਆਪਣੀਆਂ ਮੋਬਾਇਲ 'ਤੇ ਵੀ ਪਹਿਲਾਂ ਅਸੀਂ ਬਹੁਤ ਨਸ਼ਾ ਕਰਦੇ ਸੀ, ਅਤੇ ਨਸ਼ੇ ਦੇ ਵਿੱਚ ਪਤਾ ਨਹੀਂ ਕਿੰਨਾ ਕਰੋੜਾਂ ਰੁਪਈਆ, ਲੱਖਾਂ ਰੁਪਈਆ ਖਰਚ ਕਰਤਾ। ਫਿਰ ਹੁਣ ਮਾਲਕ ਦੀ ਕਿਰਪਾ ਹੋਈ ਵੀ ਨਸ਼ਾ
ਛੱਡਿਆ ਤੇ ਫਿਰ ਉਹ ਕਹਿੰਦੇ ਵੀ ਸਾਡੀ ਉਹ ਜਿਹੜੀ ਜ਼ਿੰਦਗੀ ਸੀ ਜਦੋਂ ਦੇਖਦੇ ਹਾਂ ਨਾ ਅਸੀਂ ਵੀ ਉਹ ਬਹੁਤ ਨਰਕ ਵਾਲੀ ਸੀ। ਫਿਰ ਉਹ ਧੰਨਵਾਦ ਕਰਦੇ ਜਿਨ੍ਹਾਂ ਨੇ ਦਵਾਈ ਦਿੱਤੀ, ਉਹਨਾਂ ਨੂੰ ਜਿਨ੍ਹਾਂ ਨੇ ਇਲਾਜ ਕੀਤਾ। ਹੁਣ ਇਸੇ ਤਰ੍ਹਾਂ ਹੀ ਇਹ ਤਾਂ ਹੈ ਚਲੋ ਸਰੀਰ ਦੀ ਗੱਲ, ਪਰ ਇੱਧਰ ਮਨ ਦੀ ਕਹਾਣੀ ਚੱਲਦੀ ਸਾਰੀ, ਜੋ ਗੁਰਬਾਣੀ ਗੁਰੂ ਚ ਆਪਾਂ ਨੂੰ ਕਹਿੰਦੇ ਸੰਤ ਜਨ ਸਾਡੇ ਮਨ ਦਾ ਇਲਾਜ ਕਰਦੇ। ਬਈ ਧਨ ਦਾ ਕੀਤਾ ਹੋਇਆ ਨਸ਼ਾ ਇਹ ਤਾਂ ਸਾਨੂੰ ਦਿਸਦਾ, ਸਰੀਰ ਦੇ ਰੋਗ ਤਾਂ ਸਾਨੂੰ ਦੀਂਦੇ, ਪਰ ਇਹ ਮਨ ਦੇ ਰੋਗ ਜਿਹੜੇ ਇਹ ਸਾਨੂੰ ਨਜ਼ਰ ਨਹੀਂ ਆਉਂਦੇ, ਇਹ ਸਾਨੂੰ ਦਿਸਦੇ ਨਹੀਂ। ਇਹ ਉਹਨਾਂ ਗੁਰਮੁਖਾਂ ਨੂੰ ਦੀਂਦੇ ਜਿਹੜੇ ਮਨ ਜਾਗਦੇ, ਉਹ ਫਿਰ ਜਦੋਂ ਦੇਖਦੇ ਤੇ ਉਹਨਾਂ ਨੂੰ ਮਨ ਦੇ ਜ਼ਖਮ ਨਜ਼ਰ ਆਉਂਦੇ ਵੀ ਕਿੰਨੇ ਰੋਗੀ ਹੋਏ ਫਿਰਦੇ, ਕਿੰਨੇ ਅਸ਼ਾਂਤ ਹੋਏ ਫਿਰਦੇ, ਕਿੰਨੇ ਵਿਲਕਦੇ ਫਿਰਦੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਮਨ ਕਰਕੇ, ਚਾਹੇ ਕੋਈ ਬੱਚਾ ਹੈ, ਚਾਹੇ ਕੋਈ ਜਵਾਨ ਹੈ ਤੇ ਚਾਹੇ ਕੋਈ ਬੁੱਢਾ, ਜਿਹੜੇ ਮਨ ਨੇ ਮਨ ਸਭ ਦੇ ਰੋਗੀ ਹੋ ਗਏ। ਹੁਣ ਜਿਹੜਾ ਬੱਚਾ ਜਾਂ ਜਵਾਨ ਹੈ ਉਹਦਾ ਤਨ ਤਾਂ ਰੋਗੀ ਨਹੀਂ, ਪਰ ਜਿਹੜਾ ਮਨ ਹੈ ਮਨ ਉਹਦਾ ਵੀ ਰੋਗੀ। ਮਹਾਰਾਜ ਜੀ ਇਸ ਵਾਸਤੇ ਫਿਰ ਸਮਝਾਉਂਦੇ ਵੀ ਹੁਣ ਮਨ ਦਾ ਇਲਾਜ ਤਾਂ ਹੋਣਾ ਜੇ ਅਸੀਂ ਸਤ ਸੰਗਤ ਕਰਾਂਗੇ, ਜੇ ਅਸੀਂ ਸਿਮਰਨ ਕਰਾਂਗੇ ਤੇ ਫਿਰ ਸਾਡੇ ਮਨ ਦਾ ਇਲਾਜ ਹੋਣਾ। ਹੁਣ ਪਹਿਲਾਂ ਜੀਵ ਕਮਲਾ ਹੋਇਆ ਹੋਇਆ, ਕਿਉਂਕਿ ਜਦੋਂ ਮਨ ਨੂੰ ਅਸੀਂ ਇਸ਼ਨਾਨ ਨਹੀਂ ਕਰਾਉਂਦੇ, ਮਨ ਦੀ ਖੁਰਾਕ ਨਹੀਂ ਮਿਲਦੀ, ਮਨ ਨੇ ਇਸ਼ਨਾਨ ਨਹੀਂ ਕਰਨਾ, ਭੋਜਨ ਨਹੀਂ ਛਕਣਾ, ਘਰ ਨਹੀਂ ਜਾਣਾ, ਨਹਾਉਣਾ ਧੋਣਾ ਨਹੀਂ, ਫਿਰ ਉਹਦੀ ਹਾਲਤ ਹੈ ਜਿਹੜੀ ਉਹ ਕਮਲੇ ਵਾਲੀ ਹੋ ਜਾਂਦੀ। ਜਿਵੇਂ ਆਪਾਂ ਸੰਸਾਰ 'ਚ ਦੇਖਦੇ ਕਈ ਜੀਵ ਦਿਮਾਗੀ ਤੌਰ 'ਤੇ ਕਮਲੇ ਹੋ ਜਾਂਦੇ। ਹੁਣ ਉਹ ਜਿਹੜਾ ਕਮਲਾ ਹੈ, ਕਮਲੇ ਨੂੰ ਆਪਦੇ ਨਾ ਤਾਂ ਘਰ ਬਾਰ ਦਾ ਪਤਾ ਹੁੰਦਾ, ਨਾ ਕਮਲੇ ਨੇ ਚੰਗਾ ਖਾਣਾ, ਨਾ ਚੰਗਾ ਪਹਿਨਣਾ, ਨਾ ਉਹਨੇ ਨਹਾਉਣਾ ਧੋਣਾ, ਨਾ ਉਹਨੇ ਚੰਗਾ ਬੋਲਣਾ, ਤੇ ਜਿੱਧਰ ਨੂੰ ਉਹਦਾ ਮੂੰਹ ਹੁੰਦਾ ਉੱਧਰ ਨਹੀਂ ਭੱਜ ਜਾਂਦਾ, ਉੱਧਰ ਨਹੀਂ ਤੁਰ ਜਾਂਦਾ। ਹੁਣ ਉਹੀਓ ਹਾਲਤ ਕਮਲੇ ਵਾਲੀ ਇਹ ਸਾਡੇ ਮਨ ਦੀ ਹੋ ਗਈ। ਨਾਮ ਤੋਂ ਬਿਨਾਂ ਇਹ ਕਮਲਾ ਹੋਇਆ ਫਿਰਦਾ। ਮਾਰੇ ਤਾਈਓ ਫਰਮਾਉਂਦੇ ਬੈਨ ਨਾਮੇ ਜਗ ਕਮਲਾ ਫਿਰੇ, ਗੁਰਮੁਖ ਨਦਰੀ ਆਇਆ। ਹੁਣ ਕਮਲੇ ਨੂੰ ਤੁਸੀਂ ਚੰਗੀ ਗੱਲ ਵੀ ਆਖੋ ਤੇ ਕਮਲੇ ਦਾ ਹੀ ਨਹੀਂ ਪਤਾ ਕਿ ਉਹਨੇ ਪੁੱਠਾ ਹੀ ਬੋਲਣਾ, ਕਿਉਂਕਿ ਕਮਲੇ ਨੂੰ ਜਦੋਂ ਪਤਾ ਹੀ ਨਹੀਂ, ਉਹਦੀ ਮੱਤ ਹੀ ਮਾਰੀ ਹੋਈ। ਹੁਣ ਜੇ ਤੁਸੀਂ ਕਮਲੇ ਨੂੰ ਆਖੋ ਵੀ ਸਿਮਰਨ ਕਰੋ ਤੇ ਉਹਨੇ ਕਹਿਣਾ ਇਹਦੇ ਨਾਲ ਕੀ ਹੋਣਾ, ਉਹਨੂੰ ਕਹੋ ਸੰਗਤ ਕਰੋ ਤੇ ਉਹਨੇ ਨਹੀਂ ਕਰਨੀ। ਹੁਣ ਇਸ ਵਾਸਤੇ ਫਿਰ ਕਮਲੇ ਨੇ ਆਪ ਨਹੀਂ ਕਰਨਾ, ਕਮਲੇ ਨੂੰ ਲਿਆਉਣਾ ਪੈਣਾ, ਕਮਲੇ ਨੇ ਆਪ ਨਹੀਂ ਆਉਣਾ। ਹੁਣ ਕਮਲੇ ਨੂੰ ਆਪ ਆਖੀ ਵੀ ਡਾਕਟਰ ਕੋਲ ਚਲੇ ਜਾਓ, ਨਹੀਂ ਜਾਂਦੇ, ਤਾਂ ਗੁਰਮੁਖ ਉਹਨੂੰ ਫੜ ਕੇ ਲੈ ਕੇ ਜਾਂਦੇ। ਵੀ ਜੇ ਕੋਈ ਫੜ ਕੇ ਲੈ ਕੇ ਜਾਏਗਾ ਡਾਕਟਰ ਕੋਲ ਤੇ ਦਵਾਈ ਦਵਾਏਗਾ ਤੇ ਹੋ ਸਕਦਾ ਕਮਲਾ ਠੀਕ ਹੋ ਜੇ। ਹੁਣ ਇਸੇ ਤਰ੍ਹਾਂ ਹੀ ਜੇ ਅਸੀਂ ਆਖੀਏ ਵੀ ਕਮਲਾ ਆਪ ਆਏਗਾ ਸਿਮਰਨ ਕਰਨ, ਤਾਂ ਕਮਲੇ ਨੇ ਨਹੀਂ ਆਉਣਾ। ਕਮਲੇ ਨੂੰ ਆਖੀਏ ਵੀ ਸੰਗਤ 'ਚ ਆ ਜਾ ਤੇ ਉਹ ਨਹੀਂ ਆਉਂਦਾ, ਕਿਉਂਕਿ ਉਹਨੂੰ ਪਤਾ ਹੀ ਨਹੀਂ, ਉਹਦੀ ਸੁੱਧ ਮਾਤੀ ਮਾਰੀ ਹੋਈ। ਹੁਣ ਉਹਨੂੰ ਫਿਰ ਲਿਆਉਣਾ ਪੈਣਾ ਫੜ ਕੇ, ਚਾਹੇ ਉਹਨੂੰ ਪਿਆਰ ਨਾਲ ਵਡਿਆ ਕੇ ਲੈ ਆਓ, ਚਾਹੇ ਉਹਨੂੰ ਲਾਲਚ ਦੇ ਕੇ ਲੈ ਆਓ, ਬਈ ਤਾਂ ਕਿ ਉਹ ਕਿਵੇਂ ਨਾ ਕਿਵੇਂ ਆਵੇ ਤੇ ਉਹਦਾ ਜਿਹੜਾ ਇਲਾਜ ਹੈ ਉਹ ਇਲਾਜ ਸ਼ੁਰੂ ਹੋਵੇ। ਜਦੋਂ ਉਹਦਾ ਇਲਾਜ ਹੋਣ ਲੱਗ ਗਿਆ, ਉਹਨੂੰ ਥੋੜ੍ਹੀ ਥੋੜ੍ਹੀ ਹੋਸ਼ ਆਉਣ ਲੱਗ ਗਈ, ਉਹਨੂੰ ਸ਼ਾਂਤੀ ਆਉਣ ਲੱਗ ਗਈ, ਤੇ ਫਿਰ ਉਹਨੇ ਆਪੇ ਆਉਣ ਲੱਗ ਜਾਣ। ਫਿਰ ਉਹਨੂੰ ਪਤਾ ਲੱਗ ਜਾਂਦਾ ਵੀ ਹੁਣ ਮੈਂ ਠੀਕ ਹਾਂ। ਜਿਵੇਂ ਹੁਣ ਆਪਾਂ ਤਨ ਕਰਕੇ, ਸਰੀਰ ਕਰਕੇ ਵੀ ਆਪਾਂ ਨੂੰ ਕੋਈ ਰੋਗ ਹੈ, ਆਪਾਂ ਡਾਕਟਰ ਤੋਂ ਦਵਾਈ ਲੈਂਦੇ ਹਾਂ ਤੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਸਾਡੇ ਰੋਗ ਨੂੰ ਫਰਕ ਪਿਆ ਕਿ ਨਹੀਂ ਪਿਆ।
ਵੀ ਸਾਨੂੰ ਦਵਾਈ ਨੇ ਕੋਈ ਅਸਰ ਕੀਤਾ ਕਿ ਨਹੀਂ ਕੀਤਾ। ਜੇ ਹੁਣ ਰੋਗ ਜ਼ਿਆਦਾ ਪੁਰਾਣਾ ਹੋਵੇ ਤੇ ਫਿਰ ਸਮਾਂ ਲੱਗਦਾ, ਜੇ ਤਾਂ ਹੋਵੇ ਰੋਗ ਵੀ ਨਵਾਂ ਲੱਗਿਆ ਜੀ ਫਿਰ ਤਾਂ ਉਹ ਠੀਕ ਹੋ ਜਾਂਦਾ। ਜੇ ਹੁਣ ਰੋਗ ਹੈ ਬਹੁਤਾ ਪੁਰਾਣਾ ਤੇ ਆਪਾਂ ਆਖੀਏ ਵੀ ਛੇਤੀ ਆਰਾਮ ਆਵੇ, ਤਾਂ ਛੇਤੀ ਆਉਂਦਾ ਨਹੀਂ, ਉਹ ਫਿਰ ਲਗਾਤਾਰ ਸਾਨੂੰ ਦਵਾਈ ਲੈਣੀ ਪੈਂਦੀ। ਔਰ ਇਸੇ ਤਰ੍ਹਾਂ ਹੀ ਆਪਣੇ ਮਨ ਦੇ ਜਿਹੜੇ ਰੋਗ ਹੈ ਬੜੇ ਪੁਰਾਣੇ, ਇਹ ਆਪਾਂ ਕੋਈ ਨਵੇਂ ਨਹੀਂ ਆਏ। ਆਪਾਂ ਆਖੀਏ ਵੀ ਸੰਸਾਰ ਜਿਵੇਂ ਆਪਾਂ ਤਾਂ ਹੁਣ ਆਹ ਜਨਮ ਜਾਣਦੇ ਹਾਂ ਬਈ, ਆਪਾਂ ਕਹਿੰਦੇ ਹਾਂ ਵੀ ਕੋਈ ਕਹਿੰਦਾ ਵੀ ਮੇਰੀ ਉਮਰ ਇੰਨੀ ਹੈ ਜੀ, ਮੇਰੀ ਇੰਨੀ। ਹੁਣ ਆਪਾਂ ਕੋਈ ਪਹਿਲੀ ਵਾਰ ਥੋੜ੍ਹੀ ਆਈ ਹਾਂ ਵੀ ਆਪਣਾ ਆਹ ਜਨਮ, ਆਪਾਂ ਤਾਂ ਸਤਯੁਗ ਤੋਂ ਚੱਲੇ, ਚੌਥਾ ਯੁੱਗ ਹੈ। ਆਹ ਦੇਖ ਲਓ ਆਪਣੀ ਕਿੰਨੀ ਉਮਰ ਹੈ ਅਤੇ ਕਿੰਨਾ ਆਪਾਂ ਘੁੰਮਦੇ ਆ ਰਹੇ ਹਾਂ ਆਕਾਰਾਂ ਦੇ ਵਿੱਚ, ਜੂਨਾਂ 'ਚ। ਹੁਣ ਘੁੰਮਦੇ ਆਕਾਰਾਂ ਦੇ ਵਿੱਚ, ਜੂਨਾਂ ਦੇ ਵਿੱਚ, ਅਤੇ ਕਿੰਨੇ ਸਾਨੂੰ ਰੋਗ ਲੱਗੇ ਅਤੇ ਕਿੰਨੇ ਰੋਗ ਪੁਰਾਣੇ ਹੋ ਗਏ। ਹੁਣ ਇੰਨਾ ਪੁਰਾਣਾ ਰੋਗ ਅਤੇ ਅਸੀਂ ਆਖੀਏ ਵੀ ਛੇਤੀ ਆਰਾਮ ਆ ਜੇ, ਅਤੇ ਉਹਦੇ ਵਾਸਤੇ ਫਿਰ ਸਮਾਂ ਲੱਗਦਾ, ਕਿਉਂਕਿ ਪਹਿਲਾਂ ਤਾਂ ਅਸੀਂ ਖੁਦ ਹੀ ਰਾਜੀ ਨਹੀਂ। ਜਿਵੇਂ ਉਹ ਕਮਲਾ ਹੁੰਦਾ ਨਾ ਜੀਵ, ਉਹਦੇ ਜੇ ਜ਼ਖਮ ਹੋਇਆ ਹੋਵੇ ਅਤੇ ਮੱਲਮ ਲਾ ਦਈਏ ਅਤੇ ਉਹ ਕਮਲੇ ਦਾ ਇਹ ਨਹੀਂ ਪਤਾ ਵੀ ਉਹ ਆਪਦਾ ਜ਼ਖਮ ਫੇਰ ਪੱਟਣ ਲੱਗ ਜੇ ਆਪ ਹੀ। ਉਹਨੇ ਆਪ ਹੀ ਉਹ ਜ਼ਖਮ ਨੂੰ ਛੇੜੀ ਜਾਣਾ, ਉਹਨੇ ਆਪ ਹੀ ਉਹ ਜ਼ਖਮ ਨੂੰ ਵਧਾਈ ਜਾਣਾ, ਕਿਉਂਕਿ ਉਹ ਸੁੱਧ-ਮੱਤ ਮਾਰੀ ਹੋਈ ਹੈ, ਪਤਾ ਨਹੀਂ ਕਮਲੇ। ਔਰ ਇਸੇ ਤਰ੍ਹਾਂ ਹੀ ਜਦੋਂ ਸਾਡਾ ਮਨ ਕਮਲਾ ਹੋਇਆ, ਰੋਗੀ ਹੋਇਆ, ਜਦੋਂ ਅਸੀਂ ਸਤਸੰਗ 'ਚ ਆਉਂਦੇ ਹਾਂ, ਸਤਿਗੁਰੂ ਸਾਡੇ 'ਤੇ ਗਿਆਨ ਦਾ ਮੱਲਮ ਲਾਉਂਦੇ। ਹੁਣ ਮੱਲਮ ਲੱਗਦਾ ਗਿਆ, ਇਹ ਨਹੀਂ ਪਤਾ ਵੀ ਅਸੀਂ ਬਾਹਰ ਜਾ ਕੇ ਫਿਰ ਉਹ ਜ਼ਖਮਾਂ ਨੂੰ ਖਰੀਦਣਾ ਸ਼ੁਰੂ ਕਰਤੀ। ਉਹ ਫਿਰ ਕਿਵੇਂ ਅਸੀਂ ਉਹ ਜ਼ਖਮਾਂ ਨੂੰ ਖਰੀਦਦੇ ਹਾਂ ਜਦੋਂ ਅਸੀਂ ਫਿਰ ਸੰਸਾਰ ਦੀਆਂ ਵਿਚਾਰਾਂ 'ਚ ਪੈ ਜਾਂਦੇ, ਜਦੋਂ ਅਸੀਂ ਫਿਰ ਦੌਦਾ ਦੇ ਵਿੱਚ ਪੈ ਜਾਂਦੇ, ਵੈਰ ਵਿਰੋਧ 'ਚ ਪੈ ਜਾਂਦੇ, ਕਿਸੇ ਦੀ ਅਸੀਂ ਔਗਣ ਫਰੋਲਣਾ ਸ਼ੁਰੂ ਕਰ ਦਿੰਦੇ, ਕਿਸੇ ਦੀ ਅਸੀਂ ਨਿੰਦਿਆ ਸੁਣਨ ਲੱਗ ਜਾਂਦੇ, ਕਿਸੇ ਦੀ ਕਰਨ ਲੱਗ ਜਾਂਦੇ, ਅਤੇ ਉਹ ਜ਼ਖਮਾਂ 'ਤੇ ਜਿਹੜਾ ਮੱਲਮ ਲਾਇਆ ਸੀ, ਉਹ ਮੱਲਮ ਤੋਂ ਬਾਅਦ ਉਹ ਅਸੀਂ ਫਿਰ ਉਹੀ ਉਹ ਜ਼ਖਮ ਫਿਰ ਤਾਜ਼ਾ ਕਰ ਲਏ, ਫਿਰ ਉਹਨਾਂ ਨੂੰ ਪੱਟਣਾ ਸ਼ੁਰੂ ਕਰ ਦਿੱਤਾ। ਉਹ ਤਾਂ ਕਰਕੇ ਫਿਰ ਸਾਡਾ ਜਿਹੜਾ ਇਲਾਜ ਹੋਣ ਵਾਸਤੇ ਸਮਾਂ ਲੱਗਦਾ, ਕਿਉਂਕਿ ਪਹਿਲਾਂ ਤਾਂ ਸਾਨੂੰ ਇਹ ਗਿਆਨ ਹੀ ਨਹੀਂ ਆਉਂਦਾ, ਸੋਝ ਹੀ ਨਹੀਂ ਆਉਂਦੀ, ਛੇਤੀ ਸਮਝ ਹੀ ਨਹੀਂ ਲੱਗਦੀ ਵੀ ਮਨ ਦੇ ਜਿਹੜੇ ਕਿਹੜੇ ਜ਼ਖਮ ਨੇ ਅਤੇ ਕਿਵੇਂ ਜ਼ਖਮ ਤਾਜ਼ਾ ਹੁੰਦੇ, ਕਿਵੇਂ ਹਰੇ ਹੁੰਦੇ, ਅਤੇ ਕਿਵੇਂ ਅਸੀਂ ਮੱਲਮ ਲਾਉਣਾ ਵੀ ਤਾਂ ਕਿ ਛੇਤੀ ਆਰਾਮ ਆਵੇ। ਹੁਣ ਇੱਥੇ ਕੀ ਹੈ ਬਈ, ਮੱਲਮ ਲਾਉਣ ਵਾਲੇ ਤਾਂ ਥੋੜ੍ਹੇ ਨੇ ਅਤੇ ਖਰੀਦਣ ਵਾਲੇ ਬਾਅਦ ਲਈ ਜ਼ਿਆਦਾ ਨੇ। ਆਪਾਂ ਮੱਲਮ ਲਾਇਆ, ਥੋੜ੍ਹਾ ਜਿਹਾ ਸ਼ਾਂਤੀ ਆਈ, ਅਤੇ ਇਹ ਨਹੀਂ ਪਤਾ ਵੀ ਆ ਕੇ ਕਿਹਨੇ ਫਿਰ ਉਹ ਤਾਜ਼ਾ ਕਰ ਜਾਣ, ਸਾਨੂੰ ਆ ਕੇ ਕੀ ਗੱਲ ਸੁਣਾ ਜਾਣੀ ਸੰਸਾਰ ਦੀ, ਸਾਨੂੰ ਆ ਕੇ ਕਿਹਦੀ ਨਿੰਦਿਆ ਸੁਣਾ ਜਾਣੀ, ਕਿਹਦੀ ਸਾਨੂੰ ਚੁਗਲੀਆਂ ਸੁਣਾ ਜਾਣੀਆਂ, ਕਿਹਦੇ ਨਾਲ ਸਾਨੂੰ ਵੈਰ ਵਿਰੋਧ ਦੀ ਗੱਲ ਸੁਣਾ ਜਾਣੀ। ਉਹਨੇ ਆ ਕੇ ਫਿਰ ਉਹ ਸਾਡੇ ਜ਼ਖਮ ਸੀ ਜਿਹੜੇ ਜਿੰਨੀ ਕੁ ਮੱਲਮ ਲਾਈ ਸੀ, ਉਹ ਤੋਂ ਵੱਧ ਫਿਰ ਉਹਨੇ ਆ ਕੇ ਸਾਡਾ ਕਰ ਜਾਣਾ, ਜ਼ਖਮ ਸੀ ਜਿਹੜੇ ਸਾਡੇ ਫਿਰ ਉਹ ਤਾਜ਼ਾ ਕਰ ਦੇਣ। ਇਸ ਵਾਸਤੇ ਫਿਰ ਮਹਾਰਾਜ ਸਾਨੂੰ ਸਮਝਾਉਂਦੇ ਵੀ ਨਾਲ ਸਾਨੂੰ ਗੁਰੂ ਦੀ ਮੱਤ ਜਿਹੜੀ ਹੈ, ਗਿਆਨ ਹੋਣਾ ਜ਼ਰੂਰੀ ਹੈ, ਵੀ ਤਾਂ ਕਿ ਸਾਡੇ ਮਨ ਦਾ ਪ੍ਰੋਪਰ ਜਿਹੜਾ ਉਹ ਇਲਾਜ ਹੋ ਸਕੇ। ਉਹਦੇ ਵਾਸਤੇ ਪਹਿਲਾਂ ਤਾਂ ਅਸੀਂ ਖੁਦ ਰਾਜੀ ਹੋਣੇ ਚਾਹੁੰਦੇ, ਅਸੀਂ ਖੁਦ ਚਾਹੀਏ ਵੀ ਸਾਡਾ ਰੋਗ ਠੀਕ ਹੋਵੇ। ਕਈ ਵਾਰ ਜੀਵ ਨੂੰ ਕੀ ਹੁੰਦਾ, ਉਹ ਖੁਦ ਹੀ ਨਹੀਂ ਚਾਹੁੰਦਾ ਵੀ ਮੇਰੀ ਬਿਮਾਰੀ ਠੀਕ ਹੋਵੇ, ਕਿਉਂਕਿ ਉਹ ਪਰਹੇਜ਼ ਨਹੀਂ ਰੱਖਦਾ। ਦਵਾਈ ਬੇਸ਼ੱਕ ਲਈ ਵੀ ਜਾਂਦਾ ਹੈ, ਪਰ ਉਹ ਪਰਹੇਜ਼ ਨਹੀਂ ਰੱਖਦਾ। ਡਾਕਟਰ ਉਹਨੂੰ ਕਹਿੰਦਾ ਵੀ ਪਰਹੇਜ਼ ਰੱਖ, ਉਹ ਪਰਹੇਜ਼ ਨਹੀਂ ਰੱਖਦਾ, ਅਤੇ ਫਿਰ ਉਹਦਾ ਕਿਵੇਂ ਇਲਾਜ ਹੋਵੇ, ਕਿਵੇਂ ਉਹਦਾ ਰੋਗ ਜਿਹੜਾ ਉਹ ਮਿਟੇ, ਠੀਕ ਹੋਵੇ। ਮਹਾਰਾਜ ਤਾਂਹੀਓ ਫਿਰ ਸਮਝਾਉਂਦੇ
ਵੀ ਜੀਵ ਜਾਂਦਾ ਵੈਦ ਕੋਲ, ਉਦੋਂ ਦਾਰੂ ਲੈਂਦਾ ਤੇ ਉਹ ਜੋ ਸੰਜਮ ਦੱਸਦਾ ਉਹ ਸੰਜਮ ਨਹੀਂ ਰੱਖਦਾ, ਪਰਹੇਜ਼ ਨਹੀਂ ਰੱਖਦਾ। ਤੇ ਫਿਰ ਕਹਿੰਦੇ ਵੀ ਉਹਦਾ ਕਿਵੇਂ ਰੋਗ ਠੀਕ ਹੋਵੇ ਤੇ ਕਿਵੇਂ ਉਹਨੂੰ ਸ਼ਾਂਤੀ ਆਵੇ, ਕਿਵੇਂ ਉਹਨੂੰ ਸੁੱਖ ਮਿਲੇ, ਕਿਉਂਕਿ ਜਦੋਂ ਕਹਿਣਾ ਨਹੀਂ ਮੰਨ। ਇਸ ਲਈ ਭਾਈ ਗੁਰਦਾਸ ਜੀ ਫਰਮਾਉਂਦੇ, ਕਹਿੰਦੇ ਪੁੱਛਤ ਹੈ ਵੈਦ ਖਾਤ ਔਖਦ ਨ ਸੰਜਮ ਸੇ, ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਏ। ਬਈ ਉਹ ਜੀਵ ਦਾ ਕਿਵੇਂ ਰੋਗ ਠੀਕ ਹੋਵੇ ਤੇ ਕਿਵੇਂ ਉਹ ਸੁਖੀ ਤੇ ਕਿਵੇਂ ਉਹ ਸਹਿਜ ਵਿੱਚ ਸਮਾਵੇ, ਕਿਵੇਂ ਮਨ ਦੇ ਰੋਗ ਠੀਕ ਹੋਣ। ਹੁਣ ਜੇ ਮਨ ਪਰਹੇਜ਼ੀ ਨਾ ਰੱਖੇ, ਜੇ ਆਪ ਹੀ ਨਾ ਚਾਹਵੇ ਵੀ ਮੇਰੇ ਰੋਗ ਠੀਕ ਹੋਣ, ਤੇ ਫਿਰ ਇਹਦੇ ਰੋਗ ਕੌਣ ਠੀਕ ਕਰੇ, ਕਿਵੇਂ ਇਹਦਾ ਇਲਾਜ ਹੋਵੇ। ਇਸ ਵਾਸਤੇ ਫਿਰ ਸਮਝਾਉਂਦੇ ਵੀ ਜੇ ਅਸੀਂ ਸੰਗਤ ਕਰਾਂਗੇ, ਸਿਮਰਨ ਕਰਾਂਗੇ, ਤੇ ਹੌਲੀ ਹੌਲੀ ਸਾਨੂੰ ਸਮਝ ਲੱਗਣੀ, ਸਾਡੇ ਮਨ ਨੂੰ ਸੋਝੀ ਆਉਣੀ। ਫਿਰ ਜਦੋਂ ਇਹਨੂੰ ਸੋਝੀ ਆ ਜਾਂਦੀ, ਗਿਆਨ ਹੋ ਜਾਂਦਾ, ਤੇ ਫਿਰ ਇਹ ਚਾਹੁੰਦਾ ਵੀ ਮੇਰਾ ਹੁਣ ਪੂਰਾ ਜਿਹੜਾ ਇਲਾਜ ਹੋ ਜੇ, ਵੀ ਤਾਂ ਕਿ ਮੈਂ ਪੂਰਾ ਰੋਗ ਰਹਿਤ ਹੋ ਜਾ। ਫਿਰ ਜਿਹੜੇ ਗੁਰਮੁਖ ਸੰਤ ਜਨ ਉਹ ਤਾਂ ਪੂਰੇ ਰੋਗ ਰਹਿਤ ਹੁੰਦੇ, ਉਹਨਾਂ ਨੂੰ ਕੋਈ ਰੋਗ ਨਹੀਂ। ਇਹ ਨਹੀਂ ਵੀ ਉਹਨਾਂ ਦੇ ਸਰੀਰ ਨੂੰ ਕੋਈ ਰੋਗ ਨਹੀਂ। ਆਪਾਂ ਤਾਂ ਸਰੀਰ ਨੂੰ ਦੇਖਦੇ ਹਾਂ ਨਾ, ਜਿਵੇਂ ਅਸੀਂ ਤਾਂ ਸਰੀਰ ਦੇ ਨਾਲ ਜੁੜੇ ਹੋਣ ਕਰਕੇ ਅਸੀਂ ਤਾਂ ਸਰੀਰ ਦੇ ਰੋਗ ਦੇਖ ਲੈਂਦੇ ਹਾਂ। ਜਿਵੇਂ ਸੰਸਾਰ 'ਚ ਜੀਵ ਕਹਿ ਦਿੰਦਾ ਵੀ ਤੁਸੀਂ ਤਾਂ ਸਿਮਰਨ ਕਰਦੇ ਹੋ ਜੀ, ਤੁਸੀਂ ਤਾਂ ਇੰਨੀ ਬਾਣੀ ਪੜ੍ਹਦੇ ਹੋ, ਤੁਹਾਨੂੰ ਕਾਹਤੋਂ ਰੋਗ ਲੱਗ ਗਿਆ। ਸਰੀਰ ਦੇ ਰੋਗ ਦੀ ਗੱਲ ਨਹੀਂ, ਸਰੀਰ ਨੂੰ ਤਾਂ ਜਿਹੜੇ ਮਹਾਂਪੁਰਖ ਹੁੰਦੇ ਉਹਨਾਂ ਦੇ ਸਰੀਰਾਂ ਨੂੰ ਵੀ ਰੋਗ ਲੱਗ ਜਾਂਦੇ। ਸਰੀਰ ਤਾਂ ਗੁਰੂ ਸਾਹਿਬਾਨ ਆਏ, ਭਗਤ ਜਨ ਆਏ, ਉਹਨਾਂ ਨੂੰ ਵੀ ਸਰੀਰ ਕਰਕੇ ਕਿੰਨਾ ਕਸ਼ਟ ਜਿਹੜਾ ਸਰੀਰ ਦੇ ਵਿੱਚ ਆਇਆ। ਔਰ ਜਿਹੜੀ ਕਹਾਣੀ ਉਹ ਸਾਰੀ ਮਨ ਦੀ ਵੀ ਜਿਹੜੇ ਗੁਰਮੁਖ ਹੁੰਦੇ ਉਹਨਾਂ ਦਾ ਮਨ ਹੈ ਜਿਹੜਾ, ਉਹ ਮਨ ਰੋਗ ਰਹਿਤ ਹੁੰਦਾ, ਉਹਨਾਂ ਦੇ ਮਨ ਨੂੰ ਕੋਈ ਰੋਗ ਨਹੀਂ ਹੁੰਦਾ। ਮਹਾਰਾਜ ਇਸ ਲਈ ਫਰਮਾਉਂਦੇ, ਮੇਰੇ ਰਾਮ ਹਰ ਜਨ ਅਰੋਗ ਭਈ, ਵੀ ਜਿਹੜੇ ਹਰੀ ਦੇ ਜਨ ਉਹ ਰੋਗ ਰਹਿਤ ਹੋ ਗਏ, ਉਹਨਾਂ ਦੇ ਮਨ ਨੂੰ ਕੋਈ ਰੋਗ ਨਹੀਂ। ਤੇ ਜਿਹੜਾ ਮਨਮੁਖ ਹੈ ਉਹ ਰੋਗਾਂ ਦੇ ਨਾਲ ਭਰਿਆ ਹੋਇਆ। ਬੇਸ਼ੱਕ ਉਹਦੇ ਤਨ ਨੂੰ ਨਾ ਵੀ ਕੋਈ ਰੋਗ ਹੋਵੇ, ਪਰ ਉਹਦਾ ਮਨ ਹੈ ਜਿਹੜਾ, ਉਹ ਮਨ ਰੋਗਾਂ ਦੇ ਨਾਲ ਭਰਿਆ ਹੋਇਆ। ਉਹਦੇ ਮਨ ਨੂੰ ਐਸੇ ਰੋਗ ਲੱਗੇ ਹੋਏ ਜਿਹਦਾ ਇਸ ਸੰਸਾਰ ਦੇ ਵਿੱਚ ਦੁਨਿਆਵੀ ਵੈਦਾਂ ਕੋਲ, ਦੁਨਿਆਵੀ ਡਾਕਟਰਾਂ ਕੋਲ ਕੋਈ ਇਲਾਜ ਨਹੀਂ। ਸੋ ਤਾਂ ਫਿਰ ਮਹਾਰਾਜ ਸਮਝਾਉਂਦੇ ਵੀ ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸਮਝਾਇਆ ਵੀ ਪਹਿਲਾਂ ਸਾਡਾ ਮਨ ਰੋਗੀ ਹੁੰਦਾ, ਫਿਰ ਇਹ ਤਨ ਰੋਗੀ ਹੁੰਦਾ। ਹੁਣ ਸਾਡੇ ਮਨ ਨੂੰ ਕਿਹੜੇ ਰੋਗ ਲੱਗਦੇ ਤੇ ਇਹਨਾਂ ਰੋਗਾਂ ਦਾ ਦਾਰੂ ਕੀ ਹੈ। ਫਿਰ ਨਾਲ ਮਹਾਰਾਜ ਨੇ ਸਾਨੂੰ ਇਹ ਰੋਗਾਂ ਦਾ ਦਾਰੂ ਵੀ ਦੱਸੇ ਅਤੇ ਕਿਉਂ ਰੋਗੀ ਹੁੰਦਾ ਉਹ ਵੀ ਦੱਸੇ। ਮਹਾਰਾਜ ਕਹਿੰਦੇ ਵੀ ਜਦੋਂ ਅਸੀਂ ਇੱਥੇ ਆ ਕੇ ਪਰਮਾਤਮਾ ਜਿਹਨੇ ਸਾਨੂੰ ਪੈਦਾ ਕੀਤਾ, ਜਿਹੜਾ ਸਾਡਾ ਸਿਰਜਣਹਾਰ, ਜਦੋਂ ਅਸੀਂ ਉਹਨੂੰ ਭੁੱਲ ਜਾਂਦੇ ਹਾਂ, ਉਹ ਤੋਂ ਅਸੀਂ ਬੇਮੁਖ ਹੋ ਜਾਂਦੇ, ਤੇ ਫਿਰ ਸਾਡੇ ਮਨ ਨੂੰ ਰੋਗ ਲੱਗਦੇ। ਤੇ ਐਸੇ ਰੋਗ ਲੱਗਦੇ ਵੀ ਜਿਹੜੇ ਵੈਦ ਇਹ ਸਾਡੇ ਮਨ ਨੂੰ ਕੋਈ ਦਾਰੂ ਲਾ ਨਹੀਂ ਸਕਦੇ। ਮਹਾਰਾਜ ਫਰਮਾਉਂਦੇ, ਖਸਮ ਵਸਾਰ ਕੀਏ ਰਸ ਭੋਗ, ਤਾਂ ਤਾਂ ਉੱਠ ਕਲੋਏ ਰੋਗ, ਮਨ ਅੰਧੇ ਕੋ ਮਿਲੇ ਸਜਾਏ, ਵੈਦ ਨਾ ਭੋਲੇ ਦਾਰੂ ਲਾਏ। ਬਈ ਫਿਰ ਇਹ ਵੈਦ ਸਾਡੇ ਮਨ ਨੂੰ ਕੋਈ ਦਾਰੂ ਨਹੀਂ ਲਾ ਸਕਦੀ। ਹੌੜੇ ਮਨ ਨੂੰ ਫਿਰ ਰੋਗ ਕਾਹਤੋਂ ਲੱਗੇ, ਕਿਉਂਕਿ ਇਹਨੇ ਇੱਥੇ ਆ ਕੇ ਮਾਲਕ ਨੂੰ ਵਿਸਾਰ ਦਿੱਤਾ, ਪਰਮਾਤਮਾ ਨੂੰ ਭੁੱਲ ਗਿਆ। ਇਸ ਕਰਕੇ ਫਿਰ ਇਹ ਜਿਹੜਾ ਮਨ ਸੀ ਇਹ ਰੋਗੀ ਹੋ ਗਿਆ। ਤਾਂਹੀਓ ਮਹਾਰਾਜ ਫਰਮਾਉਂਦੇ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਵੀ ਜਦੋਂ ਅਸੀਂ ਪਰਮੇਸ਼ਰ ਨੂੰ ਭੁੱਲ ਗਏ, ਇਹ ਸਾਨੂੰ ਐਸੇ ਰੋਗ ਲੱਗੇ, ਐਸਾ ਸਾਨੂੰ ਦੁਰਮਤ ਦੀ ਅਗਨ ਨੇ ਸਾੜਿਆ।
ਅਸੀਂ ਐਸਾ ਸੜੇ ਅਗਨ ਦੇ ਵਿੱਚ ਵੀ ਸਾਡਾ ਮਨ ਸੀ ਜਿਹੜਾ ਉਹ ਸੜ ਗਿਆ, ਜਲ ਗਿਆ, ਤੇ ਹੁਣ ਇਹ ਸੜਿਆ ਹੋਇਆ, ਜਲਿਆ ਹੋਇਆ, ਇਹ ਬਹੁਤ ਕਰੂਪ ਹੋ ਗਿਆ। ਕਿਉਂਕਿ ਜਦੋਂ ਇਹਦਾ ਇਲਾਜ ਨਹੀਂ ਹੁੰਦਾ, ਫਿਰ ਐਸੀ ਹਾਲਤ ਦੇ ਵਿੱਚ ਸਤਿਗੁਰੂ ਸਮਝਾਉਂਦੇ ਵੀ ਇਹਦਾ ਇਲਾਜ ਹੋ ਸਕਦਾ ਸਤ ਸੰਗਤ ਦੇ ਵਿੱਚ। ਸੰਤ ਜਨ, ਗੁਰਮੁਖ ਸਾਧੂ ਜਨ ਜਦੋਂ ਇਹ ਸਾਡੇ ਮਨ ਦੀ ਹਾਲਤ ਦੇਖਦੇ, ਫਿਰ ਉਹ ਸਾਡੇ ਉੱਤੇ ਦਇਆ ਕਰਕੇ ਫਿਰ ਉਹ ਸਾਨੂੰ ਇਹ ਭੇਦ ਦਿੰਦੇ, ਸੋਝੀ ਦਿੰਦੇ, ਤੇ ਫਿਰ ਉਹ ਇਲਾਜ ਕਰਦੇ। ਤੇ ਇਹ ਸਭ ਤੋਂ ਵੱਡਾ ਪਰਉਪਕਾਰ, ਇਹ ਸਭ ਤੋਂ ਵੱਡਾ ਦਾਨ ਹੈ। ਵੀ ਜਦੋਂ ਦੇਖਦੇ ਸਾਡੇ ਮਨਾਂ ਦੀ ਹਾਲਤ ਵੀ ਸਾਡੇ ਭਾਈ ਨੇ, ਕਿਉਂਕਿ ਆਪਾਂ ਸਾਰੇ ਇੱਕੋ ਮਾਤਾ ਪਿਤਾ ਦੇ ਬੱਚੇ ਹਾਂ, ਇੱਕ ਪਿਤਾ ਇੱਕ ਸਕੀ ਹਮ ਬਾਰਕ। ਹੁਣ ਮਨ ਕਰਕੇ ਆਪਾਂ ਸਾਰੇ ਭਾਈ ਭਾਈ ਹਾਂ। ਤਾਈਓ ਮਹਾਰਾਜ ਕਹਿੰਦੇ ਇਹੋ ਮਨ ਤੇਰਾ ਭਾਈ, ਵੀ ਇਹ ਮਨ ਜਿਹੜਾ ਇਹ ਸਾਡਾ ਭਾਈ ਹੈ। ਹੁਣ ਜਦੋਂ ਆਪਣੇ ਭਾਈਆਂ ਨੂੰ ਦੇਖਦੇ ਵੀ ਸਾਡੇ ਭਾਈ ਸੜੇ ਹੋਏ, ਜਲੇ ਹੋਏ, ਬਈ ਇਹਨਾਂ ਦੀ ਇਹ ਹਾਲਤ ਹੋ ਗਈ, ਤੇ ਫਿਰ ਤਾਂ ਕਰਕੇ ਉਹ ਸਾਡੇ ਮਨ ਦੇ ਉੱਤੇ ਮੱਲਮ ਲਾਉਂਦੀ, ਗਿਆਨ ਦਾ ਸਾਨੂੰ ਸੋਝੀ ਦਿੰਦੀ, ਬਈ ਤਾਂ ਕਿ ਸਾਡਾ ਜਿਹੜਾ ਮਨ ਹੈ ਇਹਨੂੰ ਸ਼ਾਂਤੀ ਆਵੇ, ਇਹਨੂੰ ਸੁੱਖ ਮਿਲੇ, ਇਹ ਸਹਿਜ ਅਵਸਥਾ ਦੇ ਵਿੱਚ ਆਵੇ। ਇਸ ਵਾਸਤੇ ਫਿਰ ਸਮਝਾਉਂਦੇ ਵੀ ਇਹ ਹੈ ਸਾਡੇ ਮਨ ਦੇ ਉੱਤੇ ਪਰਉਪਕਾਰ, ਇਹ ਹੈ ਸਾਡੇ ਮਨ ਦੇ ਉੱਤੇ ਦਾਨ, ਦਇਆ। ਇਹ ਕੀਤੀ ਹੋਈ ਦਇਆ, ਇਹ ਕੀਤਾ ਹੋਇਆ ਦਾਨ, ਇਹ ਗੁਰੂ ਨਾਨਕ ਦੇ ਘਰ ਦੇ ਵਿੱਚ ਪ੍ਰਵਾਨ ਹੈ। ਜੇ ਤੁਸੀਂ ਕਿਸੇ ਇੱਕ ਜੀਵ ਦੇ ਉੱਤੇ ਵੀ ਦਇਆ ਕਰਕੇ ਵੀ ਉਹਨੂੰ ਗਿਆਨ ਦਾ ਮੱਲਮ ਲਾਇਆ, ਸੋਝੀ ਆ ਗਈ, ਉਹਦਾ ਮਨ ਠੀਕ ਹੋ ਗਿਆ, ਮਹਾਰਾਜ ਕਹਿੰਦੇ ਵੀ ਜਿਹੜਾ 68 ਤੀਰਥਾਂ ਦਾ ਇਸ਼ਨਾਨ ਦਾ ਫਲ ਸੀ ਉਹ ਤੁਹਾਨੂੰ ਬੈਠਿਆਂ ਨੂੰ ਪ੍ਰਾਪਤ ਹੋ ਗਿਆ ਕਰ। ਫਰਮਾਉਂਦੇ ਨੇ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਤੁਸੀਂ ਉਹ ਜੀਵ ਦੇ ਉੱਤੇ ਦਇਆ ਕੀਤੀ, ਉਹਦੇ ਉੱਤੇ ਦਇਆ ਕਰਕੇ ਤੁਸੀਂ ਗਿਆਨ ਦਾ ਮੱਲਮ ਲਾਇਆ, ਤੇ ਉਹਦੇ ਮਨ ਨੂੰ ਸ਼ਾਂਤੀ ਆਈ, ਸੁੱਖ ਮਿਲੇ। ਤੇ ਦਇਆ, ਇਹ ਕੀਤੀ ਹੋਈ ਦਇਆ, ਇਹ ਪ੍ਰਵਾਨ। ਤੇ ਇਹ ਦਇਆ ਹੁਣ ਗਿਆਨ ਦੁਆਰਾ ਹੀ ਹੋ ਸਕਦੀ। ਜੇ ਸਾਡੇ ਕੋਲ ਗਿਆਨ ਆਪ ਹੋਏਗਾ ਤੇ ਫਿਰ ਹੀ ਅਸੀਂ ਗਿਆਨ ਦਾ ਮੱਲਮ ਲਾ ਸਕਦੇ। ਜੇ ਸਾਡੇ ਕੋਲ ਆਪ ਗਿਆਨ ਹੀ ਨਹੀਂ ਤੇ ਸਾਡੇ ਕੋਲ ਮੱਲਮ ਹੀ ਨਹੀਂ, ਤੇ ਅਸੀਂ ਕਿਸੇ ਦੇ ਜ਼ਖਮਾਂ ਦੇ ਉੱਤੇ ਕਿੱਥੋਂ ਮੱਲਮ ਲਾਵਾਂਗੇ ਜਦੋਂ ਸਾਡੇ ਕੋਲ ਆਪਦੀ ਹੈ ਨਹੀਂ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਉਹ ਗੁਰਮੁਖ ਫਿਰ ਪਰਉਪਕਾਰੀ ਹੋ ਜਾਂਦੇ, ਵੀ ਜਿਹੜੇ ਮਾਲਕ ਦਾ ਸਿਮਰਨ ਕਰਦੇ ਤੇ ਉਹਨਾਂ ਨੂੰ ਗਿਆਨ ਵੀ ਹੋ ਜਾਂਦਾ, ਤੇ ਗਿਆਨ ਦਾ ਮੱਲਮ ਫਿਰ ਅੱਗੇ ਵੀ ਲਾਉਂਦੇ, ਤੇ ਇਹ ਪਰਉਪਕਾਰ। ਇਸ ਲਈ ਮਹਾਰਾਜ ਕਹਿੰਦੇ ਵੀ ਜਿਹੜੇ ਮਾਲਕ ਦਾ ਸਿਮਰਨ ਕਰਦੇ, ਪ੍ਰਭ ਕੋ ਸਿਮਰੇ ਸੇ ਜਨ ਪਰਉਪਕਾਰੀ, ਵੀ ਉਹ ਪਰਉਪਕਾਰੀ ਨੇ। ਕਿਉਂਕਿ ਸਿਮਰਨ ਕਰਨ ਦੇ ਨਾਲ ਹੀ ਸਾਨੂੰ ਗਿਆਨ ਹੋਣਾ, ਤੇ ਫਿਰ ਹੀ ਸਾਡੇ ਮਨ ਨੇ ਧਿਆਨ ਦੀ ਅਵਸਥਾ 'ਚ ਜਾਣਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਤੁਸੀਂ ਵੀ ਸਿਮਰਨ ਕਰੋ, ਵੀ ਤਾਂ ਕਿ ਸਾਡੇ ਮਨ ਨੂੰ ਵੀ ਸੋਝੀ ਆਵੇ, ਇਹਨੂੰ ਵੀ ਸਮਝ ਲੱਗੇ, ਤੇ ਵੀ ਅੱਗੇ ਪਰਉਪਕਾਰ ਕਰੇ, ਵੀ ਆਪਦੇ ਭਾਈਆਂ ਦੇ ਉੱਤੇ ਦਇਆ ਕਰੇ, ਤੇ ਤਾਂ ਕਿ ਉਹ ਭਾਈਆਂ ਨੂੰ ਵੀ ਸ਼ਾਂਤੀ ਆ ਸਕੇ, ਉਹਨਾਂ ਨੂੰ ਵੀ ਸੁੱਖ ਮਿਲੇ। ਇਸ ਵਾਸਤੇ ਇੱਕ ਤਾਂ ਹੈ ਇਹ ਦਾਨ, ਇਹ ਪਰਉਪਕਾਰ ਜਿਹੜਾ ਗਿਆਨ ਦੁਆਰਾ ਕੀਤਾ ਜਾਂਦਾ, ਤੇ ਇੱਕ ਹੈ ਅਗਿਆਨਤਾ। ਅਗਿਆਨਤਾ ਦੁਆਰਾ ਅਸੀਂ ਸੁੱਖ ਦੇਣ ਦੀ ਬਜਾਏ ਅਸੀਂ ਇੱਕ ਦੂਸਰੇ ਨੂੰ ਦੁੱਖ ਹੀ ਦਿੱਤੀ ਜਾਂਦੀ। ਅਗਿਆਨਤਾ ਦੇ ਵਿੱਚ ਅਸੀਂ ਇੱਕ ਦੂਸਰੇ ਨੂੰ ਹੋਰ ਦੁੱਖ ਦਿੰਦੇ ਹਾਂ, ਹੋਰ ਅਸ਼ਾਂਤ ਕਰਦੇ। ਤਾਂਹੀਓ ਮਹਾਰਾਜ ਕਹਿੰਦੇ ਵੀ ਜੇ ਸਾਡੀ ਬਹਿਣੀ ਮਨਮੁਖਾਂ ਨਾਲ ਹੈ, ਤੇ ਅਸੀਂ ਆਖੀਏ ਵੀ ਸਾਡੇ ਮਨ ਨੂੰ ਸੁੱਖ ਮਿਲੇਗਾ, ਸ਼ਾਂਤੀ ਆਏਗੀ, ਤੇ ਉਹ ਤਾਂ ਆਉਣੀ ਨਹੀਂ।
ਕਿਉਂਕਿ ਉਹਨਾਂ ਨੇ ਤਾਂ ਜ਼ਖਮ ਹੋਰ ਦੇਣੇ ਨੇ, ਉਹਨਾਂ ਨੇ ਤਾਂ ਹੋਰ ਮਨ ਨੂੰ ਅਸ਼ਾਂਤ ਕਰਨਾ, ਹੋਰ ਦੁਖੀ ਕਰਨਾ। ਇਸ ਲਈ ਫਰਮਾਉਂਦੇ ਗੁਰਮ ਵੀ ਮਨਮੁਖ ਦੇ ਨਾਲ ਜੇ ਸਾਡੀ ਦੋਸਤੀ ਤੇ ਫਿਰ ਕਹਿੰਦੇ ਸੁੱਖ ਨਹੀਂ। ਮਨਮੁਖ ਸੋਂ ਕਰ ਦੋਸਤੀ ਸੁੱਖ ਕੀ ਪੁੱਛੇ ਮਿੱਥ, ਬਈ ਫਿਰ ਸੁੱਖ ਕਿੱਥੋਂ, ਫਿਰ ਸ਼ਾਂਤੀ ਕਿੱਥੋਂ? ਕਿਉਂਕਿ ਮਨਮੁਖ ਤਾਂ ਆਪ ਦੁਖੀ, ਆਪ ਸੜਿਆ ਹੋਇਆ, ਉਹਨੇ ਅੱਗੇ ਵੀ ਉਹੀ ਮਨਾਂ ਨੂੰ ਅਸ਼ਾਂਤ ਕਰਨਾ। ਜੇ ਸਾਨੂੰ ਕਹਿੰਦੇ ਵੀ ਸੁੱਖ ਲੈਣਾ ਤੇ ਫਿਰ ਤੁਸੀਂ ਗੁਰਮੁਖਾਂ ਦੇ ਨਾਲ ਦੋਸਤੀ ਕਰ। ਜਦੋਂ ਅਸੀਂ ਗੁਰਮੁਖਾਂ ਦੇ ਨਾਲ ਦੋਸਤੀ ਕਰਾਂਗੇ ਤੇ ਫਿਰ ਸਾਡਾ ਮਨ ਹੈ ਜਿਹੜਾ ਇਹ ਸੁਖੀ ਹੋ ਜੀ। ਕਿ ਉਹਨਾਂ ਕੋਲ ਮਲਮ ਹੈ, ਉਹਨਾਂ ਨੇ ਮਲਮ ਹੀ ਸਾਡੇ ਮਨ 'ਤੇ ਐਸਾ ਲਾਉਣਾ, ਸਾਡੇ ਮਨ ਦੇ ਜ਼ਖਮ ਠੀਕ ਹੋ ਜਾਣ। ਸਾਨੂੰ ਜਿਹੜਾ ਰੋਗ ਲੱਗਿਆ ਜਨਮ ਮਰਨ ਦਾ, ਇਹ ਸਾਡਾ ਮੂਲ ਤੋਂ ਹੀ ਕੱਟਿਆ ਜਾਣ ਅਤੇ ਅਸੀਂ ਸਦਾ ਵਾਸਤੇ ਜੀਵਨ ਮੁਕਤ ਹੋ ਜਾਣਾ, ਸਦਾ ਲਈ ਅਮਰ ਹੋ ਜਾਣਾ। ਇਸ ਲਈ ਮਹਾਰਾਜ ਫਰਮਾਉਂਦੇ ਗੁਰਮੁਖ ਸੋਂ ਕਰ ਦੋਸਤੀ ਸਤਿਗੁਰ ਸੋਂ ਲਾਈ ਚਿੱਤ, ਜਨਮ ਮਰਨ ਕਾ ਮੂਲ ਕੱਟੀਏ ਤਾਂ ਸੁਖ ਹੋ ਵੀ ਮਿੱਥ। ਵੀ ਜੇ ਅਸੀਂ ਗੁਰਮੁਖਾਂ ਦੇ ਨਾਲ ਦੋਸਤੀ ਕਰਾਂਗੇ ਤੇ ਸਾਡਾ ਜਨਮ ਮਰਨ ਦਾ ਰੋਗ ਕੱਟਿਆ ਜਾਣਾ, ਸਾਡੇ ਮਨ ਸੁਖੀ ਹੋ ਜਾਣ। ਹੁਣ ਤਾਂ ਫਿਰ ਆਪਾਂ ਨੂੰ ਕਹਿੰਦੇ ਵੀ ਜਦੋਂ ਅਸੀਂ ਉਹਨਾਂ ਦਾ ਬਚਨ ਮੰਨਾਂਗੇ, ਜੋ ਸਾਨੂੰ ਕਹਿੰਦੇ ਅਸੀਂ ਉਹ ਕਰਾਂਗੇ, ਜੋ ਸਾਡੇ ਮਨ ਦੇ ਉੱਤੇ ਗਿਆਨ ਦਾ ਮਲਮ ਲਾਉਂਦੇ ਅਸੀਂ ਉਹ ਮਲਮ ਲਵਾਵਾਂਗੇ ਅਤੇ ਅਸੀਂ ਆਪਦੀ ਮੱਤ ਛੱਡ ਦਾਂਗੇ। ਫਿਰ ਸਾਡੇ ਮਨ ਦਾ ਜਿਹੜਾ ਇਲਾਜ ਉਹ ਹੋ ਜਾਏਗਾ ਅਤੇ ਅਸੀਂ ਸਦਾ ਲਈ ਸੁਖੀ ਹੋ ਜਾਵਾਂਗੇ। ਤਾਂਹੀਓ ਫਿਰ ਆਪਾਂ ਨੂੰ ਕਹਿੰਦੇ ਵੀ ਬਚਨ ਜੋ ਸਾਨੂੰ ਗੁਰੂ ਸਾਹਿਬ ਕਰ ਰਹੇ, ਸੰਤ ਸਾਧੂ ਜਨ ਕਰ ਰਹੇ, ਵੀ ਉਹ ਬਚਨ ਨੂੰ ਮੰਨੋ ਅਤੇ ਫਿਰ ਸਾਡਾ ਪਾਰ ਉਤਾਰਾ ਹੋਣਾ। ਫਰਮਾਉਂਦੇ ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ। ਵੀ ਜਦੋਂ ਅਸੀਂ ਬਚਨ ਕਮਾਵਾਂਗੇ, ਮੰਨਾਂਗੇ ਅਤੇ ਅਸੀਂ ਤਰ ਜਾਵਾਂਗੇ। ਮਹਾਰਾਜ ਕਹਿੰਦੇ ਵੀ ਅਸੀਂ ਬ੍ਰਹਮ ਦੀ ਵਿਚਾਰ ਕਰਦੇ, ਉਹ ਆਪਾਂ ਨੂੰ ਬ੍ਰਹਮ ਦਾ ਗਿਆਨ ਦਿੰਦੇ ਸਤਿਗੁਰੂ। ਜਿਹੜਾ ਵੀ ਇਹ ਬ੍ਰਹਮ ਦੇ ਗਿਆਨ ਨੂੰ ਸੁਣਦਾ, ਧਿਆਨ ਦੇ ਨਾਲ ਤੇ ਸੁਣ ਕੇ ਮੰਨਦਾ, ਕਮਾਉਂਦਾ ਬਚਨ, ਉਹ ਇਹ ਭਵ ਸਾਗਰ ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ, ਉਹ ਰੋਗ ਰਹਿਤ ਹੋ ਜਾਂਦਾ। ਮਹਾਰਾਜ ਇਸ ਲਈ ਫਰਮਾਉਂਦੇ ਜਨ ਨਾਨਕ ਬੋਲੇ ਬ੍ਰਹਮ ਵਿਚਾਰ, ਜੋ ਸੁਣੇ ਕਮਾਵੇ ਸੋ ਧਰੇ ਪਾਰ। ਬਈ ਜਿਹੜਾ ਸਾਨੂੰ ਜਨਮ ਮਰਨ ਦਾ ਰੋਗ ਲੱਗਿਆ, ਸਭ ਤੋਂ ਵੱਡਾ ਜਿਹੜਾ ਅਸੀਂ ਵਾਰ-ਵਾਰ ਜੁੜਨਾ ਚਾਹੁੰਦੇ, ਇਹ ਸਭ ਤੋਂ ਵੱਡਾ ਰੋਗ ਹੈ ਜਨਮ ਮਰਨ ਦਾ, ਜਿਹੜਾ ਵਾਰ-ਵਾਰ ਸਾਨੂੰ ਜੰਮਣਾ ਮਰਨਾ ਪੈਂਦਾ। ਹੁਣ ਇਹ ਸਾਡਾ ਰੋਗ ਜਿਹੜਾ, ਇਹ ਰੋਗ ਕੱਟਿਆ ਜਾਣ ਜੇ ਅਸੀਂ ਗੁਰਬਾਣੀ ਗੁਰੂ ਦੇ ਦੱਸੇ ਮਾਰਗ ਦੇ ਉੱਤੇ ਚੱਲਾਂਗੇ, ਜੇ ਅਸੀਂ ਸਿਮਰਨ ਕਰਾਂਗੇ, ਸਤ ਸੰਗਤ ਕਰਾਂਗੇ, ਜੋ ਸਾਨੂੰ ਸਤਿਗੁਰੂ ਰਹਿਤਾਂ ਦੱਸਦੇ ਅਸੀਂ ਉਹ ਰਹਿਤਾਂ ਰੱਖਾਂਗੇ, ਉਹ ਪਰਹੇਜ਼ ਰੱਖਾਂਗੇ ਅਤੇ ਸਾਡੇ ਮਨ ਦਾ ਇਲਾਜ ਹੋ ਜਾਣ। ਜਦੋਂ ਮਨ ਦਾ ਇਲਾਜ ਹੋ ਗਿਆ, ਨੂੰ ਹੋਸ਼ ਆ ਗਈ, ਅਤੇ ਫਿਰ ਇਹ ਨਹੀਂ ਚਾਹੁੰਦਾ ਵੀ ਮੈਂ ਦੁਬਾਰਾ ਰੋਗੀ ਹੋਵਾਂ। ਫਿਰ ਇਹ ਆਪਣੇ ਆਪ ਹੀ ਇਹਨਾਂ ਰੋਗਾਂ ਤੋਂ ਕਿਨਾਰਾ ਕਰ ਲੈਂਦਾ, ਫਿਰ ਇਹ ਰੋਗਾਂ ਵਾਲੇ ਪਾਸੇ ਜਾਂਦਾ ਹੀ ਨਹੀਂ। ਕਿਉਂਕਿ ਗੁਰੂ ਨੇ ਜਿਹਦੀ ਬਾਂਹ ਫੜ ਲਈ, ਉਹਨੂੰ ਬਾਂਹ ਫੜ ਕੇ ਰੋਗਾਂ ਤੋਂ ਉੱਪਰ ਚੁੱਕ ਲਈ, ਅਤੇ ਫਿਰ ਉਹ ਦੁਬਾਰਾ ਵਾਪਸ ਨਹੀਂ ਜਾਂਦਾ ਵੀ ਮੈਂ ਫਿਰ ਰੋਗੀ ਹੋ ਜਾਵਾਂ, ਫਿਰ ਰੋਗ ਤੋਂ ਰਹਿਤ ਰਹਿਣਾ ਹੀ ਚਾਹੁੰਦਾ। ਹੁਣ ਇਸ ਵਾਸਤੇ ਜਦ ਤੱਕ ਸਾਡੇ ਮਨ ਨੂੰ ਹੋਸ਼ ਨਹੀਂ, ਇਹਨੂੰ ਸੋਝੀ ਨਹੀਂ, ਇਹਨੂੰ ਭੇਤ ਨਹੀਂ, ਉਹਨਾਂ ਸਮਾਂ ਫਿਰ ਜੀਵ ਕਹਿੰਦਾ ਵੀ ਅੱਗਾ ਕਿਹੜਾ ਕਿਸੇ ਨੇ ਦੇਖੀ, ਵੀ ਅੱਗੇ ਕਿਹੜਾ ਕਿਸੇ ਨੂੰ ਪਤਾ ਲੱਗਣਾ ਵੀ ਕਿੱਥੇ ਗਏ, ਉਹ ਕਿਹੜਾ ਕਿਸੇ ਨੇ ਦੇਖਿਆ, ਕਿਸੇ ਨੇ ਥੋੜ੍ਹੀ ਦੇਖਣਾ ਵੀ ਸਾਡੇ ਕੁੱਟ ਪੈ ਰਹੀ ਹੈ ਜਾਂ ਸਾਨੂੰ ਬੇਇੱਜ਼ਤ ਕਰ ਰਹੇ ਨੇ।
ਸਾਨੂੰ ਤਾਂ ਸੰਸਾਰ ਦੀ ਝੂਠੀ ਇੱਜ਼ਤ ਦੀ ਪਈ ਹੋਈ ਆ ਵੀ ਸੰਸਾਰ 'ਚ ਸਾਡੀ ਵਡਿਆਈ ਕਿਵੇਂ ਹੋਵੇ ਅਤੇ ਸੰਸਾਰ ਸਾਨੂੰ ਕਿਵੇਂ ਚੰਗਾ ਆਖੇ। ਸਾਨੂੰ ਇਹ ਨਹੀਂ ਹੈ ਵੀ ਜਦੋਂ ਸਾਡਾ ਮਨ ਰੋਗੀ ਹੁੰਦਾ, ਸਾਡੀ ਸੋਚ ਇਹ ਨਹੀਂ ਵੀ ਜੋ ਸਾਨੂੰ ਗੁਰੂ ਸਾਹਿਬ ਕਹਿ ਰਹੇ ਵੀ ਜਦੋਂ ਤੁਹਾਡਾ ਦਿੱਤਾ ਹੋਇਆ ਸਮਾਂ ਖਤਮ ਹੋਏਗਾ, ਜੇ ਤੁਸੀਂ ਹੁਣ ਸਿਮਰਨ ਭਗਤੀ ਨਹੀਂ ਕਰੋਗੇ ਤੁਹਾਨੂੰ ਬੇਇੱਜ਼ਤ ਕੀਤਾ ਜਾਏਗਾ, ਤੁਹਾਨੂੰ ਨੰਗਾ ਕੀਤਾ ਜਾਏਗਾ, ਤੁਹਾਨੂੰ ਬੇਇੱਜ਼ਤ ਕਰਕੇ ਕੁੱਟਦੇ ਮਾਰਦੇ ਹੋਏ ਭਵ ਸਾਗਰ ਦੇ ਵਿੱਚ ਦੀ ਲੰਘਾਇਆ ਜਾਏਗਾ। ਜੀਵ ਨੂੰ ਉਹਦਾ ਫਿਕਰ ਨਹੀਂ, ਉਹਦੀ ਚਿੰਤਾ ਨਹੀਂ ਵੀ ਮੈਨੂੰ ਨੰਗਾ ਕੀਤਾ ਜਾਣ, ਵੀ ਮੇਰੇ ਕੁੱਟ ਪੈਣੀ। ਉਹ ਕਹਿੰਦਾ ਉਹ ਕਿਹੜਾ ਕਿਸੇ ਨੇ ਦੇਖੀ ਵੀ ਆਹ ਸੰਸਾਰ ਦੀ ਚਿੰਤਾ, ਜਿਹੜਾ ਕਿ ਝੂਠਾ, ਜਿਹੜਾ ਕਿ ਮਿਥਿਆ ਹੋਇਆ ਵੀ ਸੰਸਾਰ 'ਚ ਸਾਡੀ ਕਿਵੇਂ ਇੱਜ਼ਤ ਬਣੇ, ਸੰਸਾਰ ਸਾਡੀ ਕਿਵੇਂ ਸ਼ੋਭਾ ਹੋ। ਸੰਸਾਰ ਦੀਆਂ ਵਡਿਆਈਆਂ, ਸੰਸਾਰ ਦੀ ਸ਼ੋਭਾ ਇਹ ਸਾਡੀ ਅੱਗੇ ਕਿਸੇ ਕੰਮ ਆਉਣ ਵਾਲੀ ਨਹੀਂ। ਮਹਾਰਾਜ ਤਾਈਓ ਕਹਿੰਦੇ ਵੀ ਇਹਨਾਂ ਚੰਦਰੀਆਂ ਨੇ ਜਿਨ੍ਹਾਂ ਨੇ ਸਾਨੂੰ ਸੰਸਾਰ ਦੀਆਂ ਵਡਿਆਈਆਂ ਨੇ, ਜੇ ਸਾਨੂੰ ਮਾਲਕ ਨੂੰ ਭੁਲਾ ਦਿੱਤਾ, ਜੇ ਅਸੀਂ ਇਹਨਾਂ ਦੇ ਪਿੱਛੇ ਹੀ ਪਏ ਹੋਏ ਹਾਂ ਅਤੇ ਐਸੀਆਂ ਸੰਸਾਰ ਦੀਆਂ ਵਡਿਆਈਆਂ ਨੂੰ ਤਾਂ ਮਹਾਰਾਜ ਕਹਿੰਦੇ ਮੈਂ ਅੱਗ 'ਚ ਸਾੜ ਦਿਆਂ। ਇਸ ਵਾਸਤੇ ਸੱਚੇ ਪਾਤਸ਼ਾਹ ਕਹਿੰਦੇ ਦੁਨੀਆ ਕੀਆਂ ਵਡਿਆਈਆਂ ਆਵੇ ਕਬਣੇ ਕਾਮ, ਵੀ ਇਹ ਸਾਡੇ ਮਨ ਦੇ ਕਿਸੇ ਕੰਮ ਆਉਣ ਵਾਲੀਆਂ ਨਹੀਂ ਅੱਗੇ, ਇਹ ਨਾਲ ਨਹੀਂ ਚੱਲਦੀ। ਮਹਾਰਾਜ ਕਹਿੰਦੇ ਦੁਨੀਆ ਕੀਆਂ ਵਡਿਆਈਆਂ ਆਗੀ ਸੇਤੀ ਜਾਲ, ਇੰਨੀ ਜਲਣੀ ਨਾਮ ਵਿਸਾਰਿਆ ਇੱਕ ਨਾ ਚੱਲੀਆਂ ਨਾਲ। ਵੀ ਇਹਨਾਂ ਚੰਦਰੀਆਂ ਵਡਿਆਈਆਂ ਨੇ ਸੰਸਾਰ ਦੀ ਵਾਹ ਵਾਹ ਨੇ, ਹਉਮੈ ਹੰਕਾਰ ਨੇ ਸਾਨੂੰ ਮਾਲਕ ਨੂੰ ਭੁਲਾ ਰੱਖਿਆ ਜੀ। ਗੁਰਬਾਣੀ ਗੁਰੂ ਜੋ ਕਹਿ ਰਹੇ ਸਾਨੂੰ ਸਿਮਰਨ ਕਰਨ ਨੂੰ, ਜੇ ਅਸੀਂ ਸਿਮਰਨ ਕੀਤਾ ਹੀ ਨਹੀਂ, ਸਤ ਸੰਗਤ ਕੀਤੀ ਨਹੀਂ, ਅਤੇ ਮਹਾਰਾਜ ਕਹਿੰਦੇ ਇਹਨਾਂ ਚੰਦਰੀਆਂ ਨੇ ਸਾਨੂੰ ਮਾਲਕ ਤੋਂ ਦੂਰ ਕਰੀ ਰੱਖਿਆ ਅਤੇ ਅਸੀਂ ਝੂਠੀ ਵਾਹ ਵਾਹ ਦੇ ਵਿੱਚ ਪਏ ਰਹੇ, ਅਤੇ ਐਸੀਆਂ ਵਡਿਆਈਆਂ ਨੂੰ ਤਾਂ ਕਹਿੰਦੇ ਮੈਂ ਅੱਗ 'ਚ ਸਾੜ ਦਿਆਂ, ਕਿਉਂਕਿ ਜਿਹੜੀਆਂ ਸਾਡੇ ਇੱਕ ਵੀ ਨਾਲ ਨਹੀਂ ਚੱਲਣ ਵਾਲੀਆਂ ਆਖੀ। ਇਸ ਵਾਸਤੇ ਵਡਿਆਈਆਂ ਤਾਂ ਸਾਨੂੰ ਸਤਿਗੁਰੂ ਦਿੰਦੇ, ਫਿਰ ਉਹਨਾਂ ਗੁਰਮੁਖਾਂ ਨੂੰ ਵਡਿਆਈਆਂ ਦਿੰਦੇ ਜਿਹੜੇ ਮਾਲਕ ਦੀ ਬੰਦਗੀ ਕਰਦੇ, ਜਿਹੜੇ ਸਿਮਰਨ ਭਗਤੀ ਕਰਦੇ। ਅਤੇ ਆਪਾਂ ਸੰਸਾਰ ਦੀਆਂ ਵਡਿਆਈਆਂ ਤੋਂ ਕੀ ਲੈਣਾ, ਜੇ ਸਾਨੂੰ ਸਤਿਗੁਰੂ ਆਪਣੇ ਘਰ ਦੀ ਵਡਿਆਈ ਦਿੰਦੇ ਅਤੇ ਅਸੀਂ ਉਹਨਾਂ ਨੂੰ ਜ਼ਿਆਦਾ ਅਹਿਮੀਅਤ ਦਈਏ। ਸੰਸਾਰ ਦਾ ਕੀ ਹੈ। ਇਸ ਵਾਸਤੇ ਇਹਦਾ ਭੇਤ ਵੀ ਸਾਨੂੰ ਫੇਰ ਹੀ ਖੁੱਲ੍ਹਦਾ ਜਦੋਂ ਸਾਡੇ ਮਨ ਨੂੰ ਹੋਸ਼ ਆਉਂਦੀ, ਜਦੋਂ ਇਹਦੇ 'ਤੇ ਗਿਆਨ ਦਾ ਮੱਲਮ ਲੱਗਦਾ, ਫਿਰ ਇਹਨੂੰ ਭੇਤ ਆਉਂਦਾ ਅਤੇ ਫਿਰ ਇਹ ਆਪਦੇ ਵਾਸਤੇ ਕਰਦਾ। ਅਤੇ ਆਪਣੇ ਵਾਸਤੇ ਕੀ, ਜੋ ਮਹਾਰਾਜ ਆਪਾਂ ਨੂੰ ਸਿਮਰਨ ਅਭਿਆਸ ਦੱਸਦੇ ਵੀ ਆਪਦੇ ਵਾਸਤੇ ਕਰੋ ਜਿਹੜਾ ਸਾਡੇ ਅੱਗੇ ਕੰਮ ਆਉਣ। ਤਾਈਓ ਮਹਾਰਾਜ ਫਰਮਾਉਂਦੇ ਰਾਮ ਸਿਮਰ ਇਹ ਤੇਰੇ ਕਾਜ ਹੈ। ਆਓ ਹੁਣ ਜਿਹੜਾ ਸਾਡੇ ਮਨ ਦਾ ਕਾਜ ਸਤਿਗੁਰੂ ਕਹਿ ਰਹੇ, ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਆਏ ਗੁਰੂ 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 ਵਾਹਿਗੁਰੂ ਵਾਹਿਗੁਰੂ
ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ ਜਦੋਂ ਵੀ ਆਪਸ ਮਨ ਕਰਦੇ ਨਾਲ ਸਤ ਸੰਗਤ ਕਰਦੇ, ਮਨ ਨੂੰ ਗੁਰੂ ਦੀ ਮੱਤ ਗਿਆਨ ਦਿੰਦੇ ਹਾਂ ਅਤੇ ਫਿਰ ਸਾਡੇ ਮਨ ਦਾ ਇਲਾਜ ਹੁੰਦਾ। ਹੁਣ ਆਪਾਂ ਕੋਸ਼ਿਸ਼ ਕਰਨੀ ਵੀ ਸਾਡੇ ਮਨ ਦਾ ਪੂਰਾ ਇਲਾਜ ਹੋ ਜੇ ਅਤੇ ਉਹਦੇ ਵਾਸਤੇ ਹੌਲੀ ਆਪਾਂ ਸਿਮਰਨ ਕਰਦੇ ਰਹਿਣਾ ਅਤੇ ਨਾਲ ਗਿਆਨ ਦਾ ਮਲਮ ਮਨ ਦੇ ਉੱਤੇ ਲਾਈ ਜਾ, ਅਤੇ ਉਹਨਾਂ ਜੀਵਾਂ ਤੋਂ ਥੋੜ੍ਹਾ ਜਿਹਾ ਆਪਦਾ ਬਚਾਅ ਰੱਖਣਾ ਜਿਹੜੇ ਆਪਣੇ ਮਨ ਦੇ ਜ਼ਖਮਾਂ ਨੂੰ ਕਰੇਦਦੇ ਨੇ, ਜਿਹੜੇ ਜ਼ਖਮਾਂ ਦੇ ਉੱਤੇ ਲੂਣ ਪਾ ਜਾਂਦੇ, ਮਿਰਚਾਂ ਭੁੱਕ ਜਾਂਦੀ, ਉਹਨਾਂ ਤੋਂ ਸਾਵਧਾਨ ਰਹਿਣਾ ਵੀ ਇਹ ਨਾ ਹੋਵੇ ਆਪਾਂ ਇੰਨੀ ਮਿਹਨਤ ਕਰਕੇ ਮਨ ਦਾ ਇਲਾਜ ਕਰ ਰਹੇ ਹਾਂ ਵੀ ਸਾਡੇ ਮਨ ਨੂੰ ਸੁੱਖ ਮਿਲੇ, ਸ਼ਾਂਤੀ ਆਵੇ, ਸਾਡੇ ਮਨ ਦਾ ਪੂਰਾ ਇਲਾਜ ਹੋ ਜੇ। ਅਤੇ ਕਈ ਜੀਵ ਸ਼ੈਤਾਨ ਹੁੰਦੇ, ਉਹ ਨਹੀਂ ਚਾਹੁੰਦੇ ਵੀ ਇਹ ਠੀਕ ਹੋ ਜਾਣ, ਇਹ ਸੁਖੀ ਹੋ ਜਾਣ, ਉਹ ਫਿਰ ਦੂਸਰੇ ਦਾ ਨੁਕਸਾਨ ਕਰਨ ਵਾਸਤੇ ਉਹ ਫਿਰ ਮੌਕਾ ਦੇਖਦੇ ਰਹਿੰਦੇ ਵੀ ਕਦੋਂ ਮੌਕਾ ਮਿਲੇ ਅਤੇ ਕਦੋਂ ਇਹਨਾਂ ਦਾ ਨੁਕਸਾਨ ਕਰੀਏ। ਅਤੇ ਉਹਨਾਂ ਤੋਂ ਆਪਾਂ ਸਾਵਧਾਨ ਰਹਿਣਾ। ਉਹਨਾਂ ਨੇ ਨੁਕਸਾਨ ਕਰਨਾ ਆਪਣਾ, ਕਿਸੇ ਦੀ ਆਪਣੇ ਕੋਲ ਆ ਕੇ ਨਿੰਦਿਆ ਕਰ ਜਾਣਗੇ। ਜਦੋਂ ਨਿੰਦਿਆ ਕਰਕੇ ਇੰਨਾ ਕੁ ਯਾਦ ਰੱਖਣਾ ਵੀ ਸਮਝ ਲਓ ਵੀ ਉਹ ਸਾਡੇ ਜ਼ਖਮਾਂ ਨੂੰ ਫਿਰ ਉੱਥੇ ਲੂਣ ਮਿਰਚਾਂ ਭਾਵੇਂ ਉਹ ਸਾਨੂੰ ਦੁਖੀ ਕਰਨ ਵਾਸਤੇ। ਕਿਸੇ ਦੇ ਔਗਣ ਫਰੋਲ ਜਾਣਗੇ ਆਪਣੇ ਕੋਲ, ਕਿਸੇ ਨਾਲ ਦੁਵਿਧਾ ਦੀ, ਈਰਖਾ ਦੀ, ਨਫ਼ਰਤ ਦੀ ਗੱਲ ਸੁਣਾ ਜਾਣਗੇ, ਅਤੇ ਉਹਨਾਂ ਤੋਂ ਸਾਵਧਾਨ ਰਹਿਣਾ। ਉਹਨਾਂ ਨੂੰ ਫਿਰ ਗੁਰਬਾਣੀ ਗੁਰੂ ਵਿੱਚ ਸਾਖਤ ਕਹਿ ਦਿੱਤਾ, ਅਤੇ ਮਹਾਰਾਜ ਕਹਿੰਦੇ ਕਬੀਰ ਸਾਖਤ ਸੰਗ ਨਾ ਕੀਜੀਏ, ਦੂਰੋਂ ਜਾਈਏ ਭਾਗ, ਵੀ ਜਿਹੜਾ ਸਾਖਤ ਜੀਵ ਹੈ ਉਹਦਾ ਸੰਗ ਨਾ ਕਰੋ ਜਦ ਤੱਕ ਸਾਡਾ ਪੂਰਾ ਇਲਾਜ ਨਹੀਂ ਹੁੰਦਾ। ਜਦੋਂ ਆਪਣਾ ਇਲਾਜ ਹੋ ਗਿਆ, ਅਸੀਂ ਰੋਗ ਰਹਿਤ ਹੋ ਗਏ, ਫਿਰ ਚਾਹੇ ਆਪਾਂ ਨੂੰ ਕਰੋੜਾਂ ਸੰਤ ਮਿਲ ਜਾਣ, ਕਰੋੜਾਂ ਸਾਖਤ ਮਿਲ ਜਾਣ, ਫਿਰ ਉਹ ਆਪਣਾ ਕੁਛ ਵਿਗਾੜ ਨਹੀਂ ਸਕਦੇ, ਫਿਰ ਉਹ ਆਪਣਾ ਸੁਭਾਅ ਨਹੀਂ ਬਦਲ ਸਕਦੇ। ਤਾਂਹੀਓ ਮਹਾਰਾਜ ਕਹਿੰਦੇ ਕਬੀਰ ਸੰਤ ਨਾ ਛੋੜੇ ਸੰਤ ਹੀ ਜੋ ਕੋਟਕ ਮਿਲੇ ਆ ਸੰਤ, ਵੀ ਜਿਹੜਾ ਸੰਤ ਉਹ ਆਪਦਾ ਸੁਭਾਅ ਨਹੀਂ ਬਦਲਦਾ। ਪਰਉਪਕਾਰ ਵਾਲਾ, ਦਇਆ ਵਾਲਾ, ਚਾਹੇ ਉਹਨੂੰ ਕਰੋੜਾਂ ਸਾਖਤ ਮਿਲ ਜਾਣ, ਸੰਤ ਮਿਲ ਜਾਣ, ਅਤੇ ਉਹਨੇ ਫਿਰ ਵੀ ਗਿਆਨ ਦਾ ਮੱਲਮ ਵੀ ਲਾਉਣਾ, ਉਹਨੇ ਪਰਉਪਕਾਰ ਹੀ ਕਰ। ਉਹ ਕਿਸੇ ਨੂੰ ਦੁਵਿਧਾ ਜਾਂ ਈਰਖਾ ਦੀ ਗੱਲ ਸੁਣਾ ਕੇ ਕਿਸੇ ਨੂੰ ਉਹ ਦੁਖੀ ਨਹੀਂ ਕਰਦਾ, ਕਿਸੇ ਨੂੰ ਉਹ ਸ਼ਾਂਤ ਨਹੀਂ ਕਰਦਾ। ਇਹ ਜਿਹੜਾ ਹਰੀ ਦਾ ਸੰਤ, ਉਹਦੀ ਪਹਿਚਾਣ ਆਪਾਂ ਨੂੰ ਦੱਸੀ। ਸੋ ਇਸ ਵਾਸਤੇ ਆਪਾਂ ਕੋਸ਼ਿਸ਼ ਕਰਨੀ ਵੀ ਵੱਧ ਤੋਂ ਵੱਧ ਸਿਮਰਨ ਕਰਨ, ਨਾਲ ਹੀ ਆਪਾਂ ਸ਼ਬਦ ਦੀ ਵਿਚਾਰ ਕੀਤੀ ਜਾਣੀ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰੀ ਜਾਣਾ, ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰ। ਸੋ ਇਹ ਜੋ ਸਾਰਾ ਗਿਆਨ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਗੁਰਮੁਖ ਜਨਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਐਸੇ ਮਹਾਂਪੁਰਖ ਸੰਤ ਸਾਧੂ ਜਨ ਬਈ ਜਿਨ੍ਹਾਂ ਨੇ, ਜਿਹੜੇ ਸਾਡੇ ਮਨ ਸੜੇ ਹੋਏ ਸੀ, ਜਲੇ ਹੋਏ ਸੀ ਦੁਰਮਤ ਦੀ ਅਗਨ ਦੇ ਵਿੱਚ, ਗੁਰਮੁਖਾਂ ਨੇ ਦਿਵ ਦ੍ਰਿਸ਼ਟੀ ਦੁਆਰਾ ਜਦੋਂ ਇਹ ਮਨਾਂ ਦੀ ਹਾਲਤ ਦੇਖੀ ਅਤੇ ਫਿਰ ਇਹਨਾਂ ਮਨਾਂ ਦੇ ਉੱਤੇ ਮੱਲਮ ਲਾਇਆ ਵੀ ਤਾਂ ਕਿ ਮਨਾਂ ਨੂੰ ਸ਼ਾਂਤੀ ਆਵੇ, ਇਹਨਾਂ ਮਨਾਂ ਦਾ ਰੋਗ ਠੀਕ ਹੋਵੇ। ਅਤੇ ਇੰਨੇ ਕੁ ਜੋਗੇ ਉਹਨਾਂ ਨੇ ਆਪਾਂ ਨੂੰ ਕਰ ਦਿੱਤਾ ਵੀ ਆਪਣੇ ਕੋਲ ਰੱਖ ਕੇ ਵੀ ਆਪਾਂ ਆਪਦਾ ਵੀ ਇਲਾਜ ਕਰ ਲਈਏ ਅਤੇ ਨਾਲ ਹੋਰਾਂ ਦੇ ਮਨਾਂ ਦੇ ਉੱਤੇ ਵੀ ਮੱਲਮ ਲਾ ਸਕੀਏ।
ਆ ਕੇ ਉਹਨਾਂ ਦੇ ਮਨਾਂ ਨੂੰ ਵੀ ਸੁੱਖ ਮਿਲੇ ਅਤੇ ਸ਼ਾਂਤੀ ਆਵੇ। ਸੋ ਇੰਨੀਆਂ ਕੁ ਬੇਨਤੀਆਂ ਨੇ। ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।